या पे ही करना कियो कल पे ही तय तारिय देखे कि तपना तर कच्ची पक्की सारी है जो आया सो चलती सबको आई वारी है जिसके जी प्राण है को साहे मनो विसारी है आपन हथी अपना आप ही का सवारी है। गुरु सतगुरु की वडियाई गुरु सतगुरु की वडियाई गुरु सतगुरु की वडियाई गुरु सतगुरु की वडियाई सतगुरु की वडियाई गुरु सतगुरु की वडियाई गुरु सिखा के मन पावदी गुरु सिखा के मन पावदी गुरु सतगुरु की वडियाई गुरु सतगुरु की वडियाई गुरु सतगुरु की वडियाई गुरु सतगुरु की वडियाई। आँखों पे सतगुरु की नित चढ़े सवाई हर आँखों पे सतगुरु की नित चढ़े सतगुरु से मन पार ब्रह्म है पार ब्रह्म छड़ाई गुरु सतगुरु के मन पार ब्रह्म है पार ब्रह्म छड़ाई गुरु सतगुरु की वडियाई गुरु सतगुरु की वडियाई गुरु सतगुरु की वडियाई गुरु सतगुरु की वडियाई गुरु सिखा के मन भावदी 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 गुरु सतगुरु की वडियाई गुरु सतगुरु की वडियाई गुरु सतगुरु की वडियाई गुरु सतगुरु की वडियाई। वाहिगुरु जी का खालसा वाहिगुरु जी की फतेह। ਅੱਜ ਦੀ ਇਸ ਵਡਿਆਈ ਵਿਚਾਰ ਕਲਾਸ ਵਿੱਚ ਆਪ ਸਭ ਸੰਗਤ ਦਾ ਸਵਾਗਤ ਹੈ ਜੀ। ਆਓ ਅਸੀਂ ਹੁਣ ਅੱਜ ਦੀ ਜਿਹੜੀ ਜਾਪਦੀ ਸੇਵਾ ਹੈ ਉਹ ਸਰਦਾਰ ਨਰਿੰਦਰਪਾਲ ਸਿੰਘ ਜੀ ਅਤੇ ਉਹਨਾਂ ਦੀ ਫੈਮਿਲੀ ਨੇ ਕਰਨੀ ਹੈ ਜੀ। ਪਲੀਜ਼ ਵੀਰੇ ਇਹਨਾਂ ਨੂੰ ਸਪੋਰਟ ਕਰ ਦਿੱਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। एक ओंकार सतनाम करता पुरख
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਸਾਨੂੰ ਕਿੰਨਾ ਸੋਹਣਾ ਇਹਨਾਂ ਨੇ ਮੂਲ ਮੰਤਰ ਦਾ ਜਪ ਕਰਵਾਇਆ ਜੀ। ਤੇ ਹੁਣ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਸਕਰੀਨ ਤੇ ਆਉਣ ਅਤੇ ਪੰਜਾਬ ਦੀ ਸੇਵਾ ਨਿਭਾਉਣ ਤੇ ਸ਼ਲੋਕ ਪੜ੍ਹਨ ਦੀ ਸੇਵਾ ਨਿਭਾਉਣ ਜੀ। ਪਲੀਜ਼ ਵੀਰੇ ਇਹਨਾਂ ਨੂੰ ਸਪੋਰਟ ਕਰ ਦਿੱਤਾ ਜਾਵੇ ਜੀ। ਵਾਹਿਗੁਰੂ ਸਾਹਿਬ ਜੀਓ। ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਕਾਓ। ਹੋਨਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਓ। कबीर साधु की संगत रहो जो की उसी खाओ। होनहार सो होए है साकत संग न जाओ। पद अर्थ भूसी छिल्लड़ जौ जौ। अर्थ हे कबीर आख मेरी ਤਾਂ ਇਹ ਤਾਂਗ ਹੈ ਕਿ ਮੈਂ ਗੁਰਮੁਖਾਂ ਦੀ ਸੰਗਤ ਵਿੱਚ ਟਿਕਿਆ ਰਹਾ, ਚਾਹੇ ਮੇਰੀ ਕਿਰਤ ਕਮਾਈ ਬਹੁਤ ਹੀ ਘਟ ਜਾਏ ਤੇ ਮੈਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਾਂ। ਸਾਧ ਸੰਗਤ ਵਿੱਚ ਸਮਾਂ ਦੇਣ ਕਰਕੇ ਗਰੀਬੀ ਆਦਿਕ ਜਿਹੜਾ ਕਸ਼ਟ ਵੀ ਆਵੇ ਪਿਆ ਆਵੇ, ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹਬਤ ਵਿੱਚ ਨਾ ਜਾਵਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਮੈਂ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਇਸ ਪ੍ਰਤੀ ਆਪਣੇ ਵਿਚਾਰ ਸ਼ੇਅਰ ਕਰੋ ਜੀ ਸਾਰਿਆਂ ਦੇ ਨਾਲ। ਜੀ ਕਬੀਰ ਜੀ ਕਹਿ ਰਹੇ ਵੀ ਜੀ ਇਹਦੇ ਚ ਵੀ ਸਾਨੂੰ ਵੀ ਸੰਗਤ ਨੂੰ ਮਹੱਤਤਾ ਦਿੱਤੀ ਗਈ ਹੈ, ਵੀ ਸਾਨੂੰ ਸੰਗਤ ਜਿੱਥੇ ਸੰਗਤ ਹੋਵੇ ਵੀ ਸੰਗਤ ਸਾਨੂੰ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਜੀ, ਕਿਉਂਕਿ ਸੰਗਤ ਵਿੱਚ ਜਾਵਾਂਗੇ ਤਾਂ ਕੀ ਕਹਿੰਦੇ ਸਾਡਾ ਜੀਵਨ ਵੀ ਚੇਂਜ ਹੋਏਗਾ ਤੇ ਭਾਵੇਂ ਅਸੀਂ ਕਮਾਈ ਘੱਟ ਵੀ ਕਰਾਂਗੇ ਤੇ ਪਰ ਸੰਗਤ ਨਾਲ ਸਾਡੇ ਜੀਵਨ ਚੇਂਜ ਹੋਏਗਾ ਤੇ ਸਾਡੇ 'ਚ ਤਬਦੀਲੀ ਆਏਗੀ ਤੇ ਅਸੀਂ ਗੁਰੂ ਦੇ ਰਸਤੇ ਦੇ ਉੱਤੇ ਚੱਲਾਂਗੇ ਜੀ। ਹੁਣ ਜੀ ਤੁਸੀਂ ਅਗਲੇ ਸ਼ਲੋਕ ਵੀ ਦੋਵੇਂ ਨਾਲ ਹੀ ਪੜ੍ਹ ਦਿਓ ਜੀ। ਅੱਛਾ ਵੀ ਨਾਲ ਹੀ ਪੜ੍ਹਦੀ, ਠੀਕ ਹੈ ਭਾਈ।
कबीर संगत साध की दिन दिन दूना हेत साकत कारी कांबरी धोए हुए ना सेत कबीर संगत साध की दिन दिन दूना हेत साकत कारी कांबरी धोए हुए ना सेत ਅਦਰਥ ਦਿਨ ਦਿਨ ਦਿਨੋਂ ਦਿਨ ਜਿਉਂ-ਜਿਉਂ ਦਿਨ ਗੁਜ਼ਰਦੇ ਹਨ ਹੇਤ ਪ੍ਰਭੂ ਨਾਲ ਪਿਆਰ ਕਾਰੀ ਕਾਲੀ ਕਾਂਬਰੀ ਕੰਬਰੀ ਧੋਏ ਧੋਤਿਆਂ ਸੇਤ ਸਫੇਦ ਅਰਥ ਹੈ ਕਬੀਰ ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਦਿਨੋਂ ਦਿਨ ਪਰਮਾਤਮਾ ਨਾਲ ਪਿਆਰ ਵੱਧਦਾ ਹੈ ਪਰ ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ਮਾਨੋ ਕਾਲੀ ਕੰਬਲੀ ਹੈ ਜੋ ਧੋਤਿਆਂ ਵੀ ਕਦੇ ਚਿੱਟੀ ਨਹੀਂ ਹੁੰਦੀ ਉਸ ਦੀ ਸੋਹਬਤ ਵਿੱਚ ਟਿਕਿਆ ਮਨ ਦੀ ਪਵਿੱਤਰਤਾ ਨਹੀਂ ਮਿਲ ਸਕਦੀ। ਅਗਲਾ ਸ਼ਲੋਕ ਵੀ ਪੜ੍ਹਦਾ ਜਾਵੇ ਜੀ। ਅੱਛਾ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਏ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਏ ਮੁੰਡਿਆ ਮੁੰਨਿਆ ਕਾਏ ਕਾਹਦੇ ਲਈ ਵਿਅਰਥ ਹੀ ਮੁੰਡ ਸਿਰ ਅਜਾਏ ਬੇਫਾਇਦਾ। ਨੋਟ ਸ਼ਲੋਕ ਨੰਬਰ 97 ਵਾਲੀਆਂ ਕਮਜ਼ੋਰ ਡਾਲੀਆਂ ਵੱਲ ਫਿਰ ਇਸ਼ਾਰਾ ਹੈ। ਅਜਿਹੇ ਸਾਧ ਕਮਜ਼ੋਰ ਵਸੀਲਾ ਹਨ। ਅਰਥ ਹੇ ਕਬੀਰ ਇਹ ਜੋ ਸਿਰ ਮੁਨਾ ਕੇ ਆਪਣੇ ਆਪ ਨੂੰ ਸਾਧ ਸਮਝਦਾ ਫਿਰਦਾ ਹੈ ਇਸ ਨੇ ਆਪਣਾ ਮਨ ਨਹੀਂ ਮੰਨਿਆ ਮਨ ਉੱਤੇ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ ਸਿਰ ਦੇ ਕੇਸ ਮੁਨਾਇਆ ਤਾਂ ਇਹ ਸਾਧੂ ਨਹੀਂ ਬਣ ਗਿਆ। ਜਿਸ ਵੀ ਮੰਦੇ ਕਰਮ ਦੀ ਪ੍ਰੇਰਨਾ ਕਰਦਾ ਹੈ ਮਨ ਹੀ ਕਰਦਾ ਹੈ। ਜੇ ਸਾਧੂ ਬਣਨ ਦੀ ਖਾਤਰ ਹੀ ਸਿਰ ਮੁਨਾਇਆ ਹੈ ਤਾਂ ਸਿਰ ਮੁਨਾਉਣਾ ਵਿਅਰਥ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਜੀ ਨੂੰ ਬੇਨਤੀ ਹੈ ਜੀ ਜੇ ਤੁਹਾਡੇ ਇਸ ਸੰਬੰਧੀ 2 ਸ਼ਲੋਕਾਂ ਸੰਬੰਧੀ ਕੋਈ ਵਿਚਾਰ ਹਨ ਤੇ ਤੁਸੀਂ ਉਹ ਵੀ ਸ਼ੇਅਰ ਕਰ ਦਿੱਤੇ ਜਾਣ ਜੀ। ਇਸ ਆਪਣੇ ਵੀ ਵਿਚਾਰ ਇਸ ਸ਼ਲੋਕ ਦੇ ਸੰਬੰਧੀ ਤੁਸੀਂ ਸ਼ੇਅਰ ਕਰਿਓ ਜੀ। ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਵੀ ਇਹੀ ਸਾਨੂੰ ਕਬੀਰ ਸਾਹਿਬ ਸਮਝਾ ਰਹੇ ਹੈ ਵੀ ਇੱਕ ਤਾਂ ਸੰਗਤ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਹਾਂਜੀ ਸੰਗਤ ਕਰਾਂਗੇ ਤੇ ਸੰਗਤ ਨਾਲ ਹੀ ਸਾਡਾ ਮਨ ਚੇਂਜ ਹੋਏਗਾ ਜੀ। ਤੇ ਤੀਸਰੇ ਹੁਣ ਸ਼ਲੋਕ ਚ ਇੱਕ ਕਬੀਰ ਜੀ ਇਹ ਸਮਝਾ ਰਹੇ ਆ ਸਾਨੂੰ ਵੀ ਅਸੀਂ ਕਿਤੇ ਬਾਹਰੋਂ ਹੀ ਨਾ ਅਸੀਂ ਦਿਖਾਵੇ ਦੇ ਨਾ ਰਹਿ ਜਾਈਏ ਵੀ ਸਾਨੂੰ ਅੰਦਰੋਂ ਸਾਡਾ ਅੰਦਰੋਂ ਵੀ ਮਨ ਚੇਂਜ ਵੀ ਹੋਣਾ ਚਾਹੀਦਾ ਵਾ ਵੀ ਇਹ ਨਾ ਵੀ ਦਿਖਾਵਾ ਅਸੀਂ ਕਰਦੇ ਰਹੀਏ ਤੇ ਅੰਦਰ ਸਾਡੇ ਕੀ ਕਹਿੰਦੇ ਕੁਝ ਹੋਵੇ ਨਾ। ਤੇ ਕਬੀਰ ਜੀ ਸਾਨੂੰ ਇਹੀ ਸਮਝਾ ਰਹੇ ਆ ਵੀ ਆਪਣਾ ਸੁਭਾਅ ਵੀ ਚੇਂਜ ਕਰ ਆਪਣਾ ਮਨ ਵੀ ਚੇਂਜ ਕਰ। ਤੇ ਜੇ ਸੰਗਤ ਅਸੀਂ ਕਰਾਂਗੇ ਤੇ ਸੰਗਤ ਤੋਂ ਬਾਅਦ ਫਿਰ ਆਪਣੇ ਆਪ ਹੀ ਗੁਰੂ ਸਾਹਿਬ ਕਿਰਪਾ ਕਰਦੇ ਆ ਤੇ ਆਪਣਾ ਮਨ ਵੀ ਚੇਂਜ ਹੋ ਜਾਂਦਾ ਵਾ ਤੇ ਜੀਵਨ ਚ ਵੀ ਤਬਦੀਲੀ ਆ ਜਾਂਦੀ ਹੈ ਜੀ। ਤੇ ਜਿਹੜੀ ਮਨ ਤੇ ਵਿਕਾਰਾਂ ਦੀ ਮੈਲ ਹੁੰਦੀ ਹੈ ਉਹ ਵੀ ਫਿਰ ਆਪਣੇ ਆਪ ਉਤਰ ਜਾਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਨੂੰ ਇਹਨਾਂ ਨੇ ਬਹੁਤ ਹੀ ਵਧੀਆ ਦੱਸਿਆ ਕਿ ਸਾਨੂੰ ਗੁਰੂ ਦੀ ਸੰਗਤ ਕਰਨੀ ਚਾਹੀਦੀ ਹੈ। ਗੁਰੂ ਦੀ ਸੰਗਤ ਦੇ ਨਾਲ ਹੀ ਸਾਡੇ ਮਨ ਵਿੱਚ ਸਾਡੇ ਜਿਹੜੇ ਇਹ ਮੈਲ ਰੂਪੀ ਵਿਕਾਰ ਨੇ ਉਹ ਸਾਡੇ ਗੁਰੂ ਦੀ ਸੰਗਤ ਦੇ ਨਾਲ ਹੀ ਸਾਡੇ ਤੋਂ
ਨਿਕਲਨੇ ਹਨ, ਸਾਡੇ ਜਿਹੜੇ ਚੰਗੇ ਜਿਹੜੇ ਗੁਣ ਹਨ, ਜਿੱਦਾਂ ਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਵਿੱਚ ਲਿਖਦੇ ਹਨ, ਮੇਰੇ ਸੰਗਤ ਗੁਣ ਪ੍ਰਗਾਸ, ਸਾਡੇ ਜਿਹੜੇ ਗੁਣਾਂ ਦੀ ਪ੍ਰਗਾਸ ਹੋਣੀ ਹੈ ਉਹ ਸੰਗਤ ਦੇ ਵਿੱਚ ਹੀ ਹੋਣੇ ਹੈ। ਮੈਂ ਵੀਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ 99ਵਾਂ ਸ਼ਲੋਕ ਕੱਢ ਦੇਣ ਜੀ। 99ਵਾਂ ਸ਼ਲੋਕ ਕੱਢ ਦੇਣ ਜੀ। ਹਾਂਜੀ ਜੀ। ਹੁਣ ਜਿਸ ਤਰ੍ਹਾਂ ਸਾਨੂੰ ਮਨਜੋਤ ਵੀਰ ਜੀ ਨੇ ਦੱਸਿਆ ਸੀਗਾ ਵੀ ਜਿਹੜੀ ਸ਼ਲੋਕ ਹੁੰਦਾ ਹੈ ਉਸਦੇ ਦੋ ਅਰਥ ਹੁੰਦੇ ਆ, ਇੱਕ ਇਤਿਹਾਸਿਕ ਪੱਖ ਦੇ ਨਾਲ, ਇੱਕ ਦੇ ਸ਼ਬਦਾਵਲੀ। ਹੁਣ ਇਸ ਸ਼ਲੋਕ ਦੇ ਜੇ ਅਸੀਂ ਸ਼ਬਦਾਵਲੀ ਅਰਥ ਵੱਲ ਦੇਖਾਂਗੇ ਤੇ ਇਸ ਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਭਾਵੇਂ ਜੋ ਮਰਜ਼ੀ ਹੋ ਜਾਏ, ਭਾਵੇਂ ਮੇਰੇ ਹਾਲਾਤ ਜਿੱਦਾਂ ਦੇ ਮਰਜ਼ੀ ਹੋ ਜਾਣ, ਪਰ ਮੈਂ ਗੁਰਮੁਖਾਂ ਦੀ ਸੰਗਤ ਵਿੱਚ ਹਮੇਸ਼ਾ ਹੀ ਟਿਕਿਆ ਰਵਾਂ। ਪਰ ਭਾਵੇਂ ਮੇਰੇ ਤੇ ਜਿਹੜਾ ਮਰਜ਼ੀ ਕਸ਼ਟ ਵੀ ਆ ਜਾਵੇ, ਮੈਂ ਗੁਰੂ ਤੋਂ ਨਾ ਟੁੱਟਾਂ। ਜੇ ਅਸੀਂ ਇਸਨੂੰ ਇਤਿਹਾਸ ਦੇ ਨਾਲ ਜੋੜ ਕੇ ਵੇਖਦੇ ਹਾਂ ਤਾਂ ਇਹ ਗੁਰੂ ਅਰਜਨ ਦੇਵ ਜੀ ਦੇ ਵੇਲੇ ਹੋਏ ਇੱਕ ਸਿੱਖ ਭਾਈ ਮਾਨ ਸਿੰਘ ਜੀ ਨਾਲ ਇਹ ਸ਼ਲੋਕ ਪੂਰੀ ਤਰ੍ਹਾਂ ਜੁੜਦਾ ਹੈ ਜੀ। ਭਾਈ ਮਾਨ ਸਿੰਘ ਜੀ ਇੱਕ ਵਾਰ ਅੰਮ੍ਰਿਤਸਰ ਗੁਰੂ ਸਾਹਿਬ ਜੀ ਦਾ ਦੀਵਾਨ ਲੱਗਾ ਸੀਗਾ ਤੇ ਉੱਥੇ ਆ ਕੇ ਤੇ ਪਿੱਛੇ ਬੈਠ ਗਏ। ਜਦੋਂ ਜਿਹੜਾ ਵੀ ਕੋਈ ਸਿੱਖ ਹੁੰਦਾ ਸੀ ਉਸਦੇ ਮੁਖ ਦੇ ਉੱਤੇ ਅਲੱਗ ਹੀ ਨੂਰ ਸੀਗਾ ਤੇ ਉਹ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਸ਼ਾ ਕਰ ਉੱਠਦੇ ਸਨ। ਤੇ ਭਾਈ ਮਾਨ ਸਿੰਘ ਜੀ ਫਿਰ ਗੁਰੂ ਸਾਹਿਬ ਜੀ ਦੇ ਕੋਲ ਗਏ ਤੇ ਗੁਰੂ ਸਾਹਿਬ ਜੀ ਨੇ ਕਹਿੰਦੇ ਕਿ ਮੈਨੂੰ ਵੀ ਗੁਰੂ ਸਾਹਿਬ ਜੀ ਮੈਨੂੰ ਵੀ ਇਹ ਆਪਣੀ ਸਿੱਖੀ ਬਖਸ਼ ਦਿਓ। ਪਰ ਗੁਰੂ ਸਾਹਿਬ ਜੀ ਨੇ ਪਹਿਲਾਂ ਤਾਂ ਚੁੱਪ ਕਰ ਗਏ। ਫਿਰ ਭਾਈ ਮਾਨ ਸਿੰਘ ਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਮੈਨੂੰ ਵੀ ਤੁਸੀਂ ਇਹ ਸਿੱਖੀ ਬਖਸ਼ ਦਿਓ ਤੇ ਆਪਣੀ ਸੇਵਾ ਕਰਨ ਦਾ ਉਦਮ ਦਿਓ ਜੀ। ਤੇ ਫਿਰ ਗੁਰੂ ਸਾਹਿਬ ਜੀ ਨੇ ਉਸਨੂੰ ਕਿਹਾ ਕਿ ਤੂੰ ਤਾਂ ਕਬਰ ਨੂੰ ਪੂਜਦਾ ਹੈ ਤੇ ਤੇਰੇ ਘਰ ਦਾ ਕਬਰ ਹੈ, ਤੇਰਾ ਸਾਰਾ ਸਰੀਰ ਹੀ ਕਬਰ ਬਣ ਚੁੱਕਿਆ ਹੈ। ਪਰ ਜੇ ਤੂੰ ਸਿੱਖੀ ਵਿੱਚ ਆਉਣਾ ਚਾਹੁੰਦਾ ਤਾਂ ਭਲਿਆ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਤੇ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਜੇ ਤੂੰ ਸਿੱਖੀ ਲੈਣਾ ਚਾਹੁੰਦਾ ਹੈ ਜਾਂ ਸਭ ਤੋਂ ਪਹਿਲਾਂ ਆਪਣੇ ਇਸ ਘਰ ਜਾ ਕੇ ਇਸ ਕਬਰ ਨੂੰ ਢਾ ਦੇ ਤੇ ਆਪਣੇ ਇੱਕ ਗੁਰੂ ਦਾ ਬਣ ਜਾ। ਫਿਰ ਭਾਈ ਮਾਨ ਸਿੰਘ ਜੀ ਗੁਰੂ ਜੀ ਦੇ ਕਹੇ ਮੁਤਾਬਿਕ ਏਦਾਂ ਹੀ ਕਰਦਾ ਹੈ ਤੇ ਗੁਰੂ ਸਾਹਿਬ ਜੀ ਉਹਨੂੰ ਕਹਿੰਦੇ ਹਨ ਭੜਿਆ ਲੋਕਾ, ਜੇ ਤੈਨੂੰ ਸਿੱਖੀ ਚਾਹੀਦੀ ਹੈ ਤੇਰੇ ਕੋਲੋਂ ਤੇਰੀ ਚੌਧਰ ਤੇ ਹੋ ਸਕਦਾ ਤੈਨੂੰ ਤੇਰੇ ਕੋਲ ਚੌਧਰ ਵੀ ਚਲੀ ਜਾਵੇ, ਤੈਨੂੰ ਤੇਰੇ ਪਿੰਡ ਦੇ ਲੋਕ ਪਿੰਡ ਵਿੱਚੋਂ ਬਾਹਰ ਵੀ ਕੱਢ ਦੇਣ ਤੇ ਤੇਰੇ ਪਸ਼ੂ ਗਾਵਾਂ ਸਭ ਮਰ ਜਾਣ। ਤੇ ਹੋਇਆ ਇਸ ਤਰ੍ਹਾਂ ਹੀ ਕੁਝ। ਜਦੋਂ ਉਸਨੇ ਘਰ ਜਾ ਕੇ ਕਬਰ ਢਾ ਦਿੱਤੀ ਤੇ ਸਾਰੀ ਪਿੰਡ ਦੀ ਪੰਚਾਇਤ ਨੇ ਫੈਸਲਾ ਹਜੇ ਕਰ ਹੀ ਰਹੇ ਸਨ ਕਿ ਭਾਈ ਮਾਨ ਸਿੰਘ ਜੀ ਉੱਪਰ ਹੀ ਚਲੇ ਗਏ। ਤੇ ਉਹ ਕਹਿੰਦੇ ਵੀ ਮੈਨੂੰ ਇਹ ਚੌਧਰੀ ਨਹੀਂ, ਮੈਨੂੰ ਤਾਂ ਸਿਰਫ ਗੁਰੂ ਨਾਨਕ ਦੇ ਘਰ ਦੀ ਚਾਕਰੀ ਚਾਹੀਦੀ ਹੈ। ਤੇ ਉਹਨਾਂ ਦੇ ਫੈਮਿਲੀ ਨੇ ਵੀ ਉਹਨਾਂ ਦਾ ਪੂਰਾ ਸਾਥ ਦਿੱਤਾ ਤੇ ਭਾਈ ਮਾਨ ਸਿੰਘ ਜੀ ਥੋੜੇ ਦਿਨ 2-3 ਮਹੀਨੇ ਬੀਤਦੇ ਗਏ, ਉਹਨਾਂ ਦੇ ਪਸ਼ੂ ਵੀ ਮਰ ਗਏ ਤੇ ਉਹਨਾਂ ਨੂੰ ਪਿੰਡ ਵਿੱਚੋਂ ਵੀ ਬਾਹਰ ਕੱਢ ਦਿੱਤਾ ਗਿਆ। ਫਿਰ ਗੁਰੂ ਸਾਹਿਬਾਨ ਜੀ ਦਾ ਉਸ ਤੋਂ ਅੰਮ੍ਰਿਤਸਰ ਤੋਂ ਹੁਕਮਨਾਮਾ ਆਇਆ ਤੇ ਫਿਰ ਭਾਈ ਮਾਨ ਸਿੰਘ ਜੀ ਅੰਮ੍ਰਿਤਸਰ ਗੁਰੂ ਸਾਹਿਬ ਦੀ ਸੇਵਾ ਵਿੱਚ, ਲੰਗਰ ਦੀ ਸੇਵਾ ਵਿੱਚ ਲੱਕੜਾਂ ਢੋਣ ਦੀ ਸੇਵਾ ਹਮੇਸ਼ਾ ਲਈ ਕਰਦੇ ਰਹੇ। ਸੋ ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ, ਭਾਵੇਂ ਸਾਡੀ ਹਾਲਾਤ, ਭਾਵੇਂ ਅਸੀਂ ਛਿਲੜ ਖਾ ਕੇ ਗੁਜ਼ਾਰਾ ਕਰੀਏ, ਪਰ ਸਾਡੇ ਤੋਂ ਗੁਰਮੁਖਾਂ ਦੀ ਸੰਗਤ ਜਿਹੜੀ ਹੈ ਉਹ ਨਹੀਂ ਛੁੱਟਣੀ ਚਾਹੀਦੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਵਰਿੰਦਰਜੀਤ ਕੌਰ ਜੀ ਦਾ ਹੈਂਡ ਰੇਜ਼ ਹੈ, ਪਲੀਜ਼ ਉਹਨਾਂ ਨੂੰ ਸਪੋਰਟ ਕਰ ਦਿੱਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। श्लोक कबीर साधु की संगत रहो, जौ की पूसी खाओ, होनहार सो होए है, साकत संग न जाओ। इस विच श्लोक दा भाव यह है कि साधां दी संगत विच भावें जौआं दी रुखी रोटी मिले, उसनूं खा के मनुख परमेश्वर दा नाम जपे। भाव जे दुख दी घड़ी आ भी जावे तां भी साध संगत वल्लों मूँह ना मोड़ो। जो मिलना है वो जरूर मिल ही जाना है, घबराउण दी लोड़ नहीं। हमेशा साकत पुरुषां दी खोटी संगत तो बच के रहना चाहिए है। इसे विच ही मनुख दा भला है। श्री गुरु अर्जन देव जी दा फरमान है, साकत की ऐसी है रीत, जो कुछ करे सगल विपरीत। साकत मनुख दी जीवन मर्यादा ही ऐसी है कि वो जो कुछ करता है सारा बेमुखता दा कम ही करता है। सो बाकी साडे गुरु सर्व कला समर्थ हन। वो मेहर दी नजर नाल साकत दा जीवन
ਪਲਟਾ ਕੇ ਸੰਤ ਬਣਾ ਸਕਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹ ਜੀ ਵਾਹ, ਇਹਨਾਂ ਨੇ ਸਾਨੂੰ ਕਿੰਨਾ ਹੀ ਸੋਹਣਾ ਦੱਸਿਆ ਵੀ ਸਾਡੇ ਗੁਰੂ ਸਾਹਿਬਾਨ ਜੀ ਜਿਨ੍ਹਾਂ ਕੋਲ ਗੁਣਹੀਨ ਹੁੰਦੇ ਹਨ ਉਹਨਾਂ ਨੂੰ ਵੀ ਗੁਣਵਾਨ ਕਰ ਦਿੰਦੇ ਹਨ। ਜਿਵੇਂ ਗੁਰੂ ਸਾਹਿਬ ਜੀ ਜਪਜੀ ਸਾਹਿਬ ਵਿੱਚ ਫਰਮਾਉਂਦੇ ਹਨ, ਨਾਨਕ ਨਿਰਗੁਣ ਗਣ ਕਰੇ ਗੁਣਵੰਤਿਆਂ ਗੁਣ ਦੇ। ਹਾਂਜੀ ਜੀ, ਹੁਣ ਮੈਂ ਸੰਗਤ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਆਪਣੇ ਹੈਂਡ ਰੇਸ ਕਰਨ ਤੇ ਵੱਧ ਤੋਂ ਵੱਧ ਆਪਣੇ ਇਹਨਾਂ ਸਲੋਕ ਦੇ ਪ੍ਰਤੀ ਆਪਣੇ ਵਿਊ ਸ਼ੇਅਰ ਕਰਨ ਜੀ। ਹਾਂਜੀ, ਸਾਡੇ ਕੋਲ ਸਾਡਾ ਨੈਕਸਟ ਸਲੋਕ ਹੈ ਜੀ। ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ, ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਇਸ ਵਿੱਚ ਕਬੀਰ ਸਾਹਿਬ ਜੀ ਸਾਨੂੰ ਦੱਸਦੇ ਹਨ, ਜਿਸ ਤਰ੍ਹਾਂ ਅਸੀਂ ਦਿਨੋਂ ਦਿਨ ਜੇ ਅਸੀਂ ਗੁਰੂ ਸਾਹਿਬ ਜੀ ਦੀ ਸੰਗਤ ਕਰਾਂਗੇ, ਸਾਡਾ ਜਿਹੜਾ ਜਿਉਂ ਅਸੀਂ ਗੁਰੂ ਸਾਹਿਬ ਜੀ ਦੀ ਸੰਗਤ ਕਰਾਂਗੇ, ਤਿਉਂ ਤਿਉਂ ਸਾਡਾ ਪਿਆਰ ਜਿਹੜਾ ਗੁਰੂ ਸਾਹਿਬ ਨਾਲ ਵੱਧ ਜਾਵੇਗਾ। ਜਿਸ ਤਰ੍ਹਾਂ ਅਸੀਂ ਕੋਈ ਮੰਨ ਲਓ ਅਸੀਂ ਕਿਸੇ ਖਿਡੌਣੇ ਨਾਲ ਹੀ ਖੇਡਦੇ ਹਾਂ ਤੇ ਸਾਡਾ ਜਿਉਂ ਅਸੀਂ ਰੋਜ਼ ਨਾਲ ਖੇਡਦੇ ਹਾਂ ਤੇ ਸਾਡਾ ਪਿਆਰ ਵੀ ਇਸ ਨਾਲ ਵੱਧ ਜਾਂਦਾ ਹੈ, ਸਾਡਾ ਇੰਟਰਸਟ ਵਧਣ ਲੱਗ ਪੈਂਦਾ ਇਸ ਦੇ ਵਿੱਚ। ਇਸ ਤਰ੍ਹਾਂ ਜੇ ਅਸੀਂ ਹਰ ਰੋਜ਼ ਪਰਮਾਤਮਾ ਨਾਲ ਪਿਆਰ ਕਰਾਂਗੇ, ਉਸਨੂੰ ਧਿਆਵਾਂਗੇ ਤੇ ਸਾਡਾ ਉਸ ਦੇ ਨਾਲ ਪਿਆਰ ਵੱਧ ਜਾਵੇਗਾ। ਪਰ ਜੇ ਅਸੀਂ ਇਹ ਤਾਂ ਹੀ ਸੰਭਵ ਹੋਵੇਗਾ ਜੇ ਅਸੀਂ ਹਰ ਰੋਜ਼ ਗੁਰਮੁਖਾਂ ਦੀ ਸੰਗਤ ਕਰਾਂਗੇ। ਪਰ ਜੇ ਅਸੀਂ ਗੁਰਮੁਖਾਂ ਦੀ ਸੰਗਤ ਨਾਲੋਂ ਮਨਮੁਖਾਂ ਦੀ ਸੰਗਤ ਵਿੱਚ ਚਲੇ ਜਾਵਾਂਗੇ ਤਾਂ ਸਾਡਾ ਮਨ ਕਦੀ ਪਵਿੱਤਰ ਹੋ ਹੀ ਨਹੀਂ ਸਕਦਾ। ਉਹ ਇੱਕ ਕਬੀਰ ਸਾਹਿਬ ਜੀ ਦੱਸਦੇ ਹਨ, ਉਹ ਇੱਕ ਕਾਲੀ ਕੰਬਲੀ ਹੈ ਜੋ ਕਦੀ ਧੋਤਿਆਂ ਵੀ ਕਦੀ ਚਿੱਟੀ ਹੋ ਹੀ ਨਹੀਂ ਸਕਦੀ ਜੀ। ਹੁਣ ਮੈਂ ਸੰਗਤ ਨੂੰ ਵੀ ਰਿਕੁਐਸਟ ਕਰਾਂਗਾ ਜੀ, ਉਹ ਆਪਣੇ ਵਿਊ ਸ਼ੇਅਰ ਕਰਨ ਜੀ, ਵੱਧ ਤੋਂ ਵੱਧ ਹੈਂਡ ਰੇਸ ਕਰਨ ਦੇ ਆਪਣੇ ਵਿਊ ਸ਼ੇਅਰ ਕਰਨ ਜੀ। ਹਾਂਜੀ, ਮਨਦੀਪ ਕੌਰ EPP 10160 ਇਹਨਾਂ ਨੂੰ ਸਪੋਰਟ ਕਰ ਦਿੱਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਕਿਹਾ, ਮੈਨੂੰ ਇਹ ਸਮਝ ਲੱਗੀ ਕਿ ਕਬੀਰ ਜੀ ਇਸ ਵਿੱਚ ਕਹਿ ਰਹੇ ਨੇ ਕਿ ਸੰਗਤ ਜਿਹੜੀ ਹੈ ਨਾ, ਉਹ ਸੰਗਤ ਦਾ ਬੰਦੇ ਤੇ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ। ਜੇ ਸੰਗਤ ਭੈੜੀ ਹੋਏਗੀ ਤਾਂ ਬੰਦਾ ਭੈੜਾ ਹੋ ਜਾਏਗਾ ਉਸਦੇ ਨਾਲ, ਜੇ ਸੰਗਤ ਅੱਛੀ ਹੋਏਗੀ ਤਾਂ ਉਸ ਨਾਲ ਬੰਦਾ ਵੀ ਅੱਛਾ ਹੋ ਜਾਏਗਾ। ਜਿਵੇਂ ਕਬੀਰ ਜਿਸ ਵਿੱਚ ਕਹਿ ਰਹੇ ਨੇ, ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇਤ, ਵੀ ਜਿਵੇਂ ਜਿਹੜੀ ਕਾਲੀ ਕੰਬਲੀ ਹੁੰਦੀ ਹੈ ਨਾ, ਉਹ ਧੋਤਿਆਂ ਵੀ ਚਿੱਟੀ ਨਹੀਂ ਹੁੰਦੀ, ਉਸੇ ਤਰ੍ਹਾਂ ਵੀ ਜਿਹੜੇ ਸਾਕਤਾਂ ਦੀ ਜਿਹੜੀ ਸੰਗਤ ਹੈ, ਭਾਵ ਕਿ ਭੈੜੇ ਬੰਦਿਆਂ ਦੀ ਸੰਗਤ ਹੈ, ਜਿਹੜੀ ਕਿ ਛੁੱਟੀਆਂ ਵੀ ਨਹੀਂ ਛੁੱਟਦੀਆਂ। ਇਸ ਲਈ ਅਸੀਂ ਚੰਗੇ ਬੰਦਿਆਂ ਦੀ ਸੰਗਤ ਕਰੀਏ, ਅਸੀਂ ਚੰਗਾ ਹੀ ਰਵਾਂਗੇ, ਤੇ ਜੇ ਅਸੀਂ ਮਾੜੇ ਬੰਦਿਆਂ ਦੀ ਸੰਗਤ ਕਰਾਂਗੇ ਤੇ ਅਸੀਂ ਮਾੜੇ ਹੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਮਨਦੀਪ ਕੌਰ ਜੀ ਦਾ, ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਦੱਸਿਆ ਕਿ ਸਾਨੂੰ ਜਿਹੜੀ ਮਨਮੁਖਾਂ ਦੀ ਸੰਗਤ ਹੁੰਦੀ ਹੈ ਉਹ ਅਛੁੱਟ ਹੁੰਦੀ ਹੈ, ਕਦੀ ਵੀ ਉਹ ਆਪਣੇ ਬੁਰੇ ਕਰਮ ਕਰਨ ਤੋਂ ਹਟ ਨਹੀਂ ਸਕਦੇ ਜੀ। ਹੁਣ ਸਾਡਾ ਨੈਕਸਟ ਸਲੋਕ ਹੈ ਜੀ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਏ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਏ। ਇਸ ਸ਼ਲੋਕ ਦੇ ਵਿੱਚ ਸਾਨੂੰ ਕਬੀਰ ਸਾਹਿਬ ਜੀ ਦੱਸਦੇ ਹਨ ਕਿ ਸਾਨੂੰ ਆਪਣਾ ਨਕਲੀ ਭੇਖ ਕਦੇ ਵੀ ਸਾਨੂੰ ਬਣਾ ਕੇ ਨਹੀਂ ਰੱਖਣਾ ਚਾਹੀਦਾ, ਵੀ ਸਾਡਾ ਅੰਦਰੋਂ ਅਸੀਂ ਕੁਝ ਹੋਰ ਹੋਈਏ, ਅੰਦਰੋਂ ਅਸੀਂ ਵਿਕਾਰਾਂ ਨਾਲ ਭਰੇ ਹੋਈਏ ਤੇ ਬਾਹਰ ਅਸੀਂ ਭਗਤੀ ਵਾਲਾ ਭੇਸ ਬਣਾ ਲਈਏ। ਇਹ ਸਾਡੀ ਅਸੀਂ ਫਿਰ ਇੱਕ ਹਿਸਾਬ ਦਾ ਇੱਕ ਪਾਪ ਹੀ ਕਰ ਰਹੇ ਹਾਂ। ਤੇ ਜੇ ਅਸੀਂ ਸਾਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਸਮਝਣਾ ਚਾਹੀਦਾ ਕਿ ਅਸੀਂ ਬਹੁਤ ਹੀ ਵੱਡੇ ਭਗਤ ਹਾਂ। ਹਾਂਜੀ, ਹੁਣ ਮਨਦੀਪ ਕੌਰ ਜੀ ਦਾ ਹੈਂਡ ਰੇਜ਼ ਹੈ ਜੀ, ਉਹਨਾਂ ਨੂੰ ਪਲੀਜ਼ ਸਪੋਰਟ ਕਰ ਦਿੱਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਸ ਸ਼ਲੋਕ ਵਿੱਚ ਇਹ ਸਮਝ ਲੱਗੀ ਹੈ ਕਿ ਕਬੀਰ ਜੀ ਕਹਿ ਰਹੇ ਨੇ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਵੀ ਤੂੰ ਕੇਸ ਕਰ ਵੀ ਜਿਹੜੇ ਸੰਨਿਆਸੀ ਹੁੰਦੇ ਨੇ, ਇਹ ਝੂਠੇ ਸੰਨਿਆਸੀ ਸਾਧਾਂ ਵੱਲ ਕਬੀਰ ਜੀ ਇਸ਼ਾਰਾ ਕਰ ਰਹੇ ਨੇ। ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਆਪਣੇ ਸਿਰ ਤੋਂ ਕੇਸ ਤਾਂ ਸਾਰੇ ਮੁੰਡਾ ਲਏ, ਪਰ ਮਨ ਨਹੀਂ ਮੁੰਡਾਇਆ, ਵੀ ਜਿਸ ਵਿੱਚ ਇੰਨੇ ਵਿਕਾਰ ਹਨ, ਇੰਨੇ ਕਲੇਸ਼ ਦੇ ਜਿਹੜੇ ਹਨ, ਬਹੁਤ ਜ਼ਿਆਦਾ ਵੀ ਤੁਹਾਡੇ ਚ ਕ੍ਰੋਧ ਹੈ ਜਿਹੜਾ ਮਨ ਦੇ ਵਿੱਚ,
ਤੁਹਾਡੇ 'ਚ ਗੁੱਸਾ ਜਿਹੜਾ ਹੈ ਤੇ ਜਿਹੜਾ ਵਿਕਾਰ ਨੇ ਕਾਮ, ਕ੍ਰੋਧ, ਲੋਭ, ਇੰਨਾ ਕੁਛ ਤੁਹਾਡੇ ਮਨ 'ਚ ਉਹ ਮਿਲਾਉਣਾ ਚਾਹੀਦਾ ਸੀ, ਤੁਸੀਂ ਉਹ ਤਾਂ ਮਿਲਾਇਆ ਨਹੀਂ। ਤੁਸੀਂ ਆਪਣੇ ਜਿਹੜੇ ਸਿਰ ਦੇ ਕੇਸ ਨੇ ਉਹ ਬਣਾ ਕੇ ਸੰਨਿਆਸੀ ਬਣ ਗਏ। ਜੋ ਕਿਛ ਕੀਆ ਸੋ ਮਨ ਕੀਆ, ਵੀ ਜਿਹੜਾ ਜੋ ਵੀ ਕਰਦਾ ਹੈ ਉਹ ਚੰਗਾ ਕਰਦਾ ਹੈ, ਉਹ ਚੰਗਾ ਕੱਢਦਾ ਹੈ, ਮਾੜਾ ਕਰਦਾ ਹੈ, ਸਭ ਪਰਮਾਤਮਾ ਹੀ ਕਰਦਾ ਹੈ। ਮਨ ਕੀਆ ਮੁੰਡਾ ਮੁੱਲ ਜਾਏ, ਵੀ ਮੁੰਨਣਾ ਸੀ ਤੂੰ ਮਨ ਨੂੰ ਮੁੰਨ ਲੈਂਦਾ, ਪਰ ਇਸ ਵਿਚਾਰੇ ਜਿਹੜੇ ਕੇਸ ਨੇ ਜਿਹੜੇ ਤੂੰ ਮੁੱਲ ਲਿੱਤਾ, ਸਿਰ ਮੁੰਨਣ ਦਾ ਕੀ ਫਾਇਦਾ। ਵੀ ਜੇ ਵੇਖੋ ਜੇ ਆਪਾਂ ਮਨ ਹੀ ਨਹੀਂ ਸਾਫ਼ ਹੋਇਆ, ਆਪਾਂ ਜੰਗਲਾਂ 'ਚ ਜਾ ਕੇ ਸਮਾਧੀ ਕਰਨ ਬੈਠ ਕੇ ਉੱਥੇ ਜਾ ਕੇ ਕੇਸ ਬਣਾ ਲਏ, ਸਰੀਰ ਤੇ ਸਵਾਹ ਮਾਰ ਲਈ, ਦਰਖਤਾਂ ਤੇ ਪੁੱਠੇ ਲਟਕ ਗਏ, ਇਹਨਾਂ ਸਾਰਿਆਂ ਨੂੰ ਸਿਰਫ ਆਪਣੇ ਆਪ ਨੂੰ ਪੇਨ ਦੇ ਰਹੀ ਹੈ। ਇਸ ਸਾਰਿਆਂ ਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਪੇਨ ਦੇ ਰਹੇ ਹਾਂ। ਜੇ ਅਸੀਂ ਮੁੰਨਣਾ ਹੈ ਨਾ, ਇਸ ਵਿੱਚ ਕਬੀਰ ਜੀ ਕਹਿ ਰਹੇ ਨੇ, ਅਸੀਂ ਮੁੰਨਣਾ ਹੈ ਨਾ, ਅਸੀਂ ਆਪਣੇ ਮਨ ਨੂੰ ਮੁੜੀਏ, ਜਿਸ ਵਿੱਚ ਇੰਨੇ ਵਿਕਾਰ ਨੇ ਉਹਨਾਂ ਨੂੰ ਖਤਮ ਕਰੀਏ, ਤੇ ਪਰਮਾਤਮਾ ਜੋ ਕਰਦਾ ਹੈ ਉਹ ਚੰਗਾ ਹੀ ਕਰਦਾ ਹੈ, ਵਧੀਆ ਕਰਦਾ ਹੈ, ਚੰਗਾ ਵੀ ਕਰਦਾ ਹੈ, ਮਾੜਾ ਵੀ ਕਰਦਾ ਹੈ, ਪਰ ਕਰਦਾ ਸਿਰਫ ਪਰਮਾਤਮਾ ਹੈ, ਬੰਦਾ ਹੀ ਸਾਹਮਣੇ ਕੁਛ ਨਹੀਂ ਹੈ। ਤੇ ਕਬੀਰ ਜੀ ਕਹਿ ਰਹੇ ਨੇ ਵੀ ਸਿਰ ਜਿਹੜਾ ਤੂੰ ਇੰਝ ਹੀ ਬਣਾ ਰਿਹਾ, ਇਸਦਾ ਕੀ ਫਾਇਦਾ ਹੈ, ਤੇ ਇਸ ਵਿਚਾਰੇ ਦਾ ਸਿਰ ਦਾ ਜਿਹੜਾ ਕੀ ਕਸੂਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਇੰਨਾ ਹੀ ਵਧੀਆ ਸਮਝਾਇਆ ਕਿ ਜਿਹੜੇ ਸਾਧ ਹੁੰਦੇ ਹਨ ਉਹ ਤਾਂ ਸਿਰਫ ਆਪਣੇ ਕੇਸ ਹੀ ਵੱਖ-ਵੱਖ ਜੰਗਲਾਂ ਤੇ ਜਾ ਕੇ ਵਿੱਚ ਆਪਣੇ ਕੇਸ ਹੀ ਮੁੰਡਾ ਲੈਂਦੇ ਨੇ, ਪਰ ਜਿਹੜੇ ਮਨ ਦੇ ਉੱਤੇ ਉਹਨਾਂ ਦੀ ਵਿਕਾਰਾਂ ਦੀ ਜਿਹੜੀ ਪਰਤ ਚੜੀ ਹੁੰਦੀ ਹੈ ਉਹਨਾਂ ਨੂੰ ਮੁੰਡਾਉਂਦੇ ਨਹੀਂ। ਤੇ ਫਿਰ ਜੇ ਉਹ ਆਪਣੇ ਮਨ ਨੂੰ ਸ਼ੁੱਧ ਨਹੀਂ ਕਰਦੇ, ਭਾਵੇਂ ਜਿੰਨੇ ਮਰਜ਼ੀ ਵੀ ਉਹ ਕਰਮ ਕਰੀ ਜਾਣ, ਉਹ ਕਦੀ ਵੀ ਸਾਧ ਨਹੀਂ ਬਣ ਸਕਦੇ। ਤੇ ਜਿਹੜੇ ਸਾਡੇ ਮੰਦੇ ਕਰਮਾਂ ਦੀ ਸਾਨੂੰ ਪ੍ਰੇਰਣਾ ਦਿੰਦਾ ਹੈ, ਉਹ ਸਾਡਾ ਮਨ ਆਪ ਹੀ ਸਾਡੇ ਕੋਲੋਂ ਕਰਵਾਉਂਦਾ ਹੈ। ਤੇ ਫਿਰ ਜਿਹੜੇ ਸਾਧੂਆਂ ਨੇ ਜੇ ਉਹਨਾਂ ਨੇ ਆਪਣੇ ਮਨ ਨੂੰ ਮੁੰਡਾਇਆ ਹੀ ਨਹੀਂ ਤੇ ਆਪਣੇ ਤਨ ਵੱਲ ਧਿਆਨ ਰੱਖੀ ਗਏ ਹਨਾ, ਤੇ ਫਿਰ ਉਹ ਸਭ ਕੁਝ ਉਹਨਾਂ ਦਾ ਵਿਅਰਥ ਹੈ। ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਸਾਨੂੰ ਆਪਣੇ ਮਨ ਨੂੰ ਹੀ ਆਪਣੇ ਕਾਬੂ ਵਿੱਚ ਕਰਨਾ ਹੈ। ਜਿੱਦਾਂ ਕਿ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਜਿੰਨਾ ਤੱਕ ਅਸੀਂ ਆਪਣੇ ਮਨ ਨੂੰ ਨਹੀਂ ਸਾਧਾਂਗੇ, ਸਾਡਾ ਗੁਰੂ ਸਾਹਿਬ ਜੀ ਨਾਲ ਪ੍ਰੇਮ ਪਿਆਰ ਵੱਧ ਹੀ ਨਹੀਂ ਸਕਦਾ ਜੀ। ਹੁਣ ਮੈਂ ਸੰਗਤ ਨੂੰ ਵੀ ਰਿਕੁਐਸਟ ਕਰਾਂਗਾ ਕਿ ਉਹ ਹੈਂਡ ਰੇਜ਼ ਕਰਨ, ਆਪਣੇ ਵਿਊ ਸ਼ੇਅਰ ਕਰਨ ਜੀ। ਹਾਂਜੀ, ਹੁਣ ਮੈਂ ਪਰਵਿੰਦਰ ਅੰਕਲ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਪਲੀਜ਼ ਸਕਰੀਨ ਤੇ ਆਉਣ ਤੇ ਉਹ ਵੀ ਆਪਣੇ ਵਿਊ ਸ਼ੇਅਰ ਕਰਨ ਜੀ। ਆਹ ਬੜੀ ਪਿਆਰੀ ਵਿਚਾਰ ਚੱਲ ਰਹੀ ਸੀ ਜੀ। ਏਕਮਨੂਰ ਸਿੰਘ ਜੀ ਬਹੁਤ ਪਿਆਰੀ ਅੱਜ ਸੰਭਾਲ ਰਹੇ ਨੇ ਜੀ ਸਾਰਾ ਕੁਝ। ਸ਼ਾਬਾਸ਼ ਬੇਟਾ, ਬਹੁਤ ਪਿਆਰਾ ਚਲਾ ਰਹੇ ਹੋ ਸੈਸ਼ਨ ਤੁਸੀਂ। ਬੜੇ ਦਿਨ ਹੋ ਗਏ ਅਸੀਂ ਪਰਵਿੰਦਰ ਵੀਰ ਜੀ ਦੇ ਦਰਸ਼ਨ ਨਹੀਂ ਕੀਤੇ। ਅੱਜ ਮੈਨੂੰ ਲੱਗਦਾ ਪਰਵਿੰਦਰ ਵੀਰ ਜੀ ਹੈਗੇ ਨੇ, ਪਹਿਲਾਂ ਹਾਂਜੀ, ਉਹਨਾਂ ਦੇ ਦਰਸ਼ਨ ਕਰੀਏ ਜੀ। ਮੈਂ ਪਰਵਿੰਦਰ ਵੀਰ ਜੀ ਨੂੰ ਬੇਨਤੀ ਕਰਾਂਗਾ ਕਿ ਸਾਨੂੰ ਆਪਣੇ ਪਿਆਰੇ ਪਿਆਰੇ ਪਹਿਲਾਂ ਵਿਚਾਰ ਸੁਣਾਉਣ ਜੀ, ਫਿਰ ਅੱਗੇ ਚਲਾਵਾਂਗੇ। ਹਾਂਜੀ ਪਰਵਿੰਦਰ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤ ਦੇ ਦਰਸ਼ਨ ਕਰ ਰਹੇ ਹਾਂ ਜੀ, ਬਹੁਤ ਆਨੰਦ ਹੈ। ਬੜੇ ਪਿਆਰੇ ਇਲਾਹੀ ਫੁਰਮਾਨ ਵਿਚਾਰ ਅਧੀਨ ਹਨ ਭਗਤ ਕਬੀਰ ਜੀ ਦੇ। ਜਿਸ ਤਰ੍ਹਾਂ ਵਿਚਾਰ ਕਰ ਰਹੇ ਸੀ ਏਕਮ ਸਿੰਘ ਜੀ ਔਰ ਸਾਰੀ ਸੰਗਤ ਵਿਚਾਰ ਕਰ ਰਹੀ ਸੀ, ਮਨ ਵਿੱਚ ਆ ਰਿਹਾ ਸੀ ਵੀ ਪ੍ਰੇਮ ਦੀ ਗੱਲ ਹੈ। ਭਗਤਾਂ ਦਾ ਪ੍ਰੇਮ ਜਿਹੜਾ ਹੈ ਉਸ ਪ੍ਰਮਾਤਮਾ ਨਾਲ ਕਿਵੇਂ ਬਣਿਆ ਹੈ ਤੇ ਉਹਨਾਂ ਨੇ ਕਿਵੇਂ ਸਾਡੇ ਨਾਲ ਸਾਂਝਾ ਕੀਤਾ ਹੈ, ਸਾਡੇ ਨਾਲ ਪਰਉਪਕਾਰ ਕੀਤਾ ਹੈ, ਸਾਨੂੰ ਲੋਕਾਂ ਵਿੱਚ ਦੱਸ ਰਹੇ ਹਨ ਕਿੰਨਾ ਪ੍ਰੇਮ ਹੈ ਉਸ ਪ੍ਰਮਾਤਮਾ ਦੇ ਨਾਲ। ਅਸੀਂ ਪੜ੍ਹਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ। ਭਗਤਾਂ ਦੇ ਅੰਦਰ ਵਿਗਾਸ ਸਦਾ ਲਈ ਬਣਿਆ ਹੁੰਦਾ ਹੈ। ਉਹ ਕਿਸ ਤਰ੍ਹਾਂ ਬਣਦਾ ਹੈ, ਉਹਦੇ ਵਾਸਤੇ ਕੀ ਸਾਨੂੰ ਕਰਨਾ ਪੈਂਦਾ ਹੈ, ਕੀ ਨਹੀਂ ਕਰਨਾ ਹੈ, ਉਹ ਸਭ ਸਾਨੂੰ ਇਹਨਾਂ ਲੋਕਾਂ ਦੇ ਵਿੱਚ ਹਰ ਰੋਜ਼ ਕਬੀਰ ਜੀ ਬੜੇ ਗੁੱਝੇ ਭਾਵਾਂ ਦੇ ਨਾਲ ਸਮਝਾ ਰਹੇ। ਕਬੀਰ ਸਾਧੂ ਕੀ ਸੰਗਤ ਰਹੋ, ਜੋ ਕੀ ਭੂਸੀ ਖਾਓ, ਹੋਣਹਾਰ ਸੋ ਹੋਏ ਹੈ, ਸਾਖਤ ਸੰਗ ਨਾ ਜਾਓ। ਸਾਧੂ ਦੀ ਸੰਗਤ ਤੇ ਸਾਖਤ ਦੀ ਸੰਗਤ ਬਾਰ-ਬਾਰ ਸਾਨੂੰ ਹਰ ਰੋਜ਼ ਸ਼ਲੋਕਾਂ ਵਿੱਚ ਕਬੀਰ ਜੀ ਸੁਚੇਤ ਕਰ ਰਹੇ ਹਨ।
ਭਗਤਾਂ ਦੇ ਮਨ ਵਿੱਚ ਇਹ ਪੱਕਾ ਹੈ ਵੀ ਸੰਸਾਰੀ ਪਦਾਰਥਾਂ ਦੇ ਵਿੱਚੋਂ, ਸੰਸਾਰੀ ਰਿਸ਼ਤਿਆਂ ਦੇ ਵਿੱਚੋਂ, ਸੰਸਾਰੀ ਭੱਜ ਦੌੜ ਦੇ ਵਿੱਚੋਂ ਕੁਝ ਵੀ ਹੱਥ ਆਉਣ ਵਾਲਾ ਨਹੀਂ ਜੋ ਸਾਨੂੰ ਵਿਕਾਸ ਵੱਲ ਲੈ ਕੇ ਜਾਵੇ। ਨਾਮ ਧਨ ਹੀ, ਉਸ ਪਰਮਾਤਮਾ ਦੀ ਸਿਫਤ ਸਲਾਹ ਹੀ ਜਿਹੜੀ ਭਗਤਾਂ ਵਾਸਤੇ ਸਭ ਕੁਝ। ਅਸੀਂ ਪੜ੍ਹਦੇ ਹਾਂ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਚਾਹੇ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਅਸੀਂ ਮਤਲਬ ਭਗਤਾਂ ਵਾਸਤੇ ਹਰ ਜਿਹੜੀ ਚੀਜ਼ ਤੋਂ ਪਹਿਲਾਂ ਪ੍ਰਮਾਤਮਾ ਦਾ ਨਾਮ ਸਭ ਤੋਂ ਉੱਤੇ ਹੈ। ਅਸੀਂ ਫਰੀਜੀ ਬਾਰੇ ਪੜ੍ਹਦੇ ਸੁਣਦੇ ਹਾਂ, ਫਰੀਦਾ ਸ਼ੱਕਰ ਖੰਡ ਨਿਬਾਤ ਗੁੜ ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਪਰਮਾਤਮਾ ਦਾ ਨਾਮ, ਰੱਬ ਦਾ ਨਾਮ ਜਿਹੜਾ ਹੈ ਉਹ ਹੀ ਨਾਮ ਦਾ ਅਸਲ ਧੰਨ ਭਗਤ ਮੰਨਦੇ ਹਨ ਤੇ ਉਹਦੇ ਵਿੱਚੋਂ ਹੀ ਸਾਰਾ ਜੀਵਨ ਦਾ ਲਾਹਾ ਪ੍ਰਾਪਤ ਕਰਦੇ ਹਨ। ਕਿਉਂਕਿ ਦੁਨਿਆਵੀ ਧਨ ਜਿਹੜਾ ਕਾਚਾ ਧਨ ਸਮਝਦੇ ਹਨ, ਔਰ ਸਾਧੂ ਦੀ ਸੰਗਤ, ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਭਨ। ਭਗਤਾਂ ਦੀ ਇਸ ਤਰ੍ਹਾਂ ਦੀ ਮਨ ਦੀ ਬਿਰਤੀ ਹੈ ਵੀ ਉਹ ਸੰਗਤ ਦੇ ਵਿੱਚੋਂ ਹੀ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੁਣ ਹਨ ਉਹੀ ਹੀਰੇ ਰਤਨ ਨਿਆਈ ਹਨ। ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭਨ, ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਨ। ਉਹ ਸੰਗਤ ਵਿੱਚੋਂ ਹੀ ਜਿਹੜਾ ਹੈ ਨਾਮ ਧਨ ਜਿਹੜਾ ਹੈ ਪ੍ਰਾਪਤ ਕਰਦੇ। ਹੋਰ ਸਾਕਤ ਬਾਰੇ ਵੀ ਦੱਸਿਆ ਹੈ, ਸਾਨੂੰ ਸੁਚੇਤ ਕੀਤਾ ਹੈ। ਸਾਕਤ ਦੇ ਨਾਲ ਜੁੜਿਆ ਜਿਹੜਾ ਹੈ ਉਹ ਅਸੀਂ ਪਰਮਾਤਮਾ ਤੋਂ ਦੂਰ ਹੁੰਦੇ ਹਾਂ, ਕਿਉਂਕਿ ਉੱਥੇ ਗੁਣਾਂ ਦੀ ਕੋਈ ਗੱਲ ਨਹੀਂ ਤੇ ਜਿੱਥੇ ਗੁਣਾਂ ਦਾ ਪ੍ਰਗਾਸ ਹੈ ਉੱਥੇ ਹੀ ਪਰਮਾਤਮਾ ਦੀ ਜਿਹੜੀ ਹੈ ਬਖਸ਼ਿਸ਼ ਅਸੀਂ ਮਾਣ ਸਕਦੇ ਹਾਂ। ਫਿਰ ਮਨ ਦੀ ਗੱਲ ਕੀਤੀ ਹੈ, ਮਨ ਦਾ ਬਦਲਣਾ ਕਿੰਨਾ ਜ਼ਰੂਰੀ ਹੈ। ਇਹ ਸਾਰਾ ਕੁਝ ਜੋ ਹੈ ਕਬੀਰ ਜੀ ਸਾਨੂੰ ਇੱਕ ਵਿਕਾਸ ਤੱਕ ਕਿਵੇਂ ਪਹੁੰਚਣਾ ਹੈ, ਉਹਦਾ ਰਾਹ, ਉਹਦੇ ਰਾਹ ਦੀਆਂ ਪੌੜੀਆਂ ਹਨ, ਉਹਦੇ ਰਾਹ ਦਾ ਚਾਨਣ ਹੈ ਜਿਹੜਾ ਸਲੋਕਾਂ ਵਿੱਚ ਹੈ। ਕਿ ਜੇ ਅਸੀਂ ਧਾਰਮਿਕ ਰਾਹ ਦੇ ਉੱਤੇ ਤੁਰਦੇ ਹਾਂ, ਭਗਤੀ ਦੇ ਰਾਹ ਤੇ ਤੁਰਨਾ ਹੈ ਤੇ ਸਾਨੂੰ ਵਿਖਾਵਾ ਛੱਡ ਕੇ ਅਸਲ ਜਿਹੜਾ ਪ੍ਰੇਮ ਪਰਮਾਤਮਾ ਦੇ ਨਾਲ, ਮਨ ਦਾ ਬਦਲਣਾ, ਮਨ ਦਾ ਸ਼ੁੱਧ ਹੋਣਾ, ਮਨ ਦਾ ਨਿਰਮਲ ਹੋਣਾ। ਜਿਸ ਤਰ੍ਹਾਂ ਵੀ ਸਰਬਜੀਤ ਸਿੰਘ ਜੀ ਨੇ ਗੱਲ ਕੀਤੀ ਸੀ ਵੀ ਕਿਤੇ ਵੀ ਮਨ ਦਾ ਬਲਵਾਨ ਹੋਣਾ ਜਿਹੜਾ ਗੱਲ ਘੱਟ ਨਜ਼ਰ ਆਈ ਹੈ, ਮਨ ਦਾ ਪਵਿੱਤਰ ਹੋਣਾ ਜਿਹੜਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਭਗਤ ਮੰਨਦੇ ਹਨ, ਜਿਹੜਾ ਉਸ ਪਰਮਾਤਮਾ ਦੇ ਨਾਲ ਇੱਕ ਹੋਣ ਦਾ ਰਾਹ ਹੈ। ਨਹੀਂ ਤਾਂ ਇਹ ਵੀ ਬਾਣੀ ਵਿੱਚ ਕਬੀਰ ਜੀ ਆਪ ਫਰਮਾਉਂਦੇ ਹਨ ਵੀ ਹਿਰਦੈ ਕਪਟ ਮੁੱਖ ਗਿਆਨੀ। ਹਿਰਦੇ ਵਿੱਚ ਕਪਟ ਹੋਵੇ ਤੇ ਮੁੱਖੋਂ ਗਿਆਨ ਦੀਆਂ ਗੱਲਾਂ ਹੋਣ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂਜਸ ਕੌਣ ਗੁਨਾ, ਜੋ ਘਟ ਭੀਤਰ ਹੈ ਮਲਣਾ। ਤੇਰਾ ਅੰਦਰ ਹੀ ਮੈਲ ਹੈ, ਫਿਰ ਤੇਰੀ ਬਾਹਰ ਜਿਹੜੀ ਕਾਇਆ ਨੂੰ ਮਾਂਜਣਾ, ਜਿਹੜਾ ਕਾਇਆ ਦਾ ਆਪਣੇ ਆਪ ਨੂੰ ਪਵਿੱਤਰ ਹੋਣ ਦਾ ਵਿਖਾਵਾ ਕਰਨਾ, ਉਹ ਕਿਹੜੇ ਲੇਖੇ ਪਏਗਾ। ਤੇਰਾ ਮਨ ਤਾਂ ਬਦਲੇ ਨਹੀਂ, ਤੇਰੇ ਮਨ ਵਿੱਚ ਤਾਂ ਵਿਕਾਰ ਹਨ, ਤੇਰੇ ਮਨ ਵਿੱਚ ਤਾਂ ਕਾਮ ਕ੍ਰੋਧ ਉਸੇ ਤਰ੍ਹਾਂ ਬਣਿਆ ਹੈ, ਤੇਰੇ ਮਨ ਵਿੱਚ ਲੋਭ ਉਸੇ ਤਰ੍ਹਾਂ ਬਣਿਆ ਹੈ। ਕਹਿੰਦੇ ਇਹ ਉਸੇ ਤਰ੍ਹਾਂ ਹੈ ਜਿਵੇਂ ਇੱਕ ਲੌਕੀ ਜਿਹਦੇ ਚ ਬੜੀ ਕੁੜੱਤਣ ਹੁੰਦੀ ਹੈ, ਬੜਾ ਕੌੜਾ ਸੁਭਾਅ ਹੁੰਦਾ ਹੈ। ਕਹਿੰਦੇ ਉਹਨੂੰ 68 ਤੀਰਥਾਂ ਦੇ ਵਿੱਚ ਵੀ ਇਸ਼ਨਾਨ ਕਰਵਾ ਲਓ, ਪਰ ਉਹਦਾ ਜਿਹੜਾ ਸੁਭਾਅ ਹੈ ਕੁੜੱਤਣ ਵਾਲਾ ਉਹ ਬਣਿਆ ਰਹਿੰਦਾ ਹੈ। ਲੌਕੀ 68 ਤੀਰਥ ਨਾਈ, ਕੌਰਾ ਪੰਨ ਤਉ ਨਾ ਜਾਈ। ਉਹ ਜਿਹੜਾ ਸੁਭਾਅ ਤਾਂ ਬਦਲਿਆ ਹੀ ਨਹੀਂ। ਸੋ ਅਸਲ ਗੱਲ ਹੈ ਮਨ ਦਾ ਬਦਲਣਾ, ਮਨ ਦਾ ਸ਼ੁੱਧ ਹੋਣਾ, ਮਨ ਦਾ ਨਾਨਕ ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਹਰ ਭਗਤ ਹਰ ਲੀਚ ਹੈ। ਸੋ ਇਹ ਸਾਰੇ ਜੋ ਸਾਨੂੰ ਵਿਚਾਰ ਕਬੀਰ ਜੀ ਅਣਮੁੱਲੇ ਜਿਹੜੇ ਸਾਨੂੰ ਫਾਰਮੂਲੇ ਦੱਸਦੇ ਹਨ ਵੀ ਉਸ ਵਿਕਾਸ ਤੱਕ ਕਿਵੇਂ ਪਹੁੰਚਣਾ ਹੈ, ਕਬੀਰ ਜੀ ਵਿਕਾਸ ਤੱਕ ਕਿਵੇਂ ਪਹੁੰਚੇ ਹਨ। ਪਰਮਾਤਮਾ ਦਾ ਨਾਮ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਹੈ। ਬਾਣੀ ਵਿੱਚ ਹੋਰ ਵੀ ਅਸੀਂ ਪੜ੍ਹਦੇ ਹਾਂ, ਗੁਸਾਈ ਮਹਿੰਡਾ ਇਠੜਾ, ਅੰਮ ਅੱਬੇ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀ ਕੋਏ। ਦੁਨਿਆਵੀ ਰਿਸ਼ਤੇ ਹਨ ਪਰ ਉਹਦੇ ਵਿੱਚ ਸਗਲ ਸੰਗ ਆਤਮ ਉਦਾਸ ਹੈ। ਪ੍ਰੀਤ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ ਸਾਡੀ ਹੋਣੀ ਚਾਹੀਦੀ ਹੈ।
ਸੰਸਾਰਿਕ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹਨ, ਪਰ ਅਸਲ ਜਿਹੜਾ ਸਾਥ ਅਸੀਂ ਪਹਿਲਾਂ ਵੀ ਵਿਚਾਰਿਆ ਸੀ, ਪਰਮਾਤਮਾ ਦਾ ਨਾਮ ਹੀ ਸਾਡੇ ਕੰਮ ਆਉਣ ਵਾਲਾ ਹੈ। ਇਹੀ ਜੀਵਨ ਦੀ ਰਹਿ ਰਾਸ ਹੈ, ਰਾਸ ਪੂੰਜੀ ਹੈ। ਅਸੀਂ ਜੇ ਸਾਖਤ ਦੇ ਰਾਹ ਦੇ ਨਾਲ ਤੁਰਦੇ ਹਾਂ, ਸਾਖਤਾਂ ਦੀ ਸੰਗਤ ਵਿੱਚ ਰਹਿੰਦੇ ਹਾਂ, ਤੇ ਜਿਹੜਾ ਇਹ ਰਾਸ ਪੂੰਜੀ ਘਟਦੀ ਹੈ, ਤੇ ਜਦੋਂ ਸੰਗਤ ਵਿੱਚ ਜਾਂਦੇ ਹਾਂ ਇਹ ਨਾਮ ਜਿਹੜਾ ਇਹ ਦੂਣਾ ਚੌਣਾ ਵੱਧਦਾ ਹੈ, ਕਿਉਂਕਿ ਸੰਗਤ ਵਿੱਚ ਇੱਕ ਤੋਂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜਿਉ। ਜੋ ਉੱਥੇ ਰੱਬ ਦੇ ਨਾਮ ਰਸੀਏ, ਨਾਮ ਰੰਗ ਵਿੱਚ ਰੰਗੀ ਹੋਈਆਂ ਰੂਹਾਂ ਜਦੋਂ ਸਾਨੂੰ ਸੰਗਤ ਵਿੱਚ ਆਉਂਦੀਆਂ ਹਨ, ਸਾਡਾ ਚਾਉ ਬਣਦਾ ਹੈ, ਤਿਨਾਂ ਦੇਖ ਮਨ ਚਾਉ ਉਠੰਦਾ, ਕਦ ਪਾਈ ਗੁਣ ਦਸ। ਸੋ ਇਹ ਸਭ ਜਿਹੜਾ ਰੂਹਾਨੀ ਵਿਚਾਰਾਂ ਹਨ, ਜਿਹੜਾ ਅਸੀਂ ਸ਼ਬਦ ਰਾਹੀਂ ਆਪਣੇ ਮਨ ਨੂੰ ਬਦਲਣਾ ਹੈ, ਤਾਂ ਜੋ ਅਸੀਂ ਜੋ ਸ਼ਬਦ ਦਾ ਗੁਰਬਾਣੀ ਦਾ ਮਨੋਰਥ ਹੈ ਸਾਡੇ ਜੀਵਨ ਵਿੱਚ, ਸਾਡੇ ਮਨ ਵਿੱਚ ਬਦਲਾਅ ਆ ਸਕੇ। ਸਾਨੂੰ ਵਾਰ-ਵਾਰ ਇਸ ਗੱਲ ਬਾਰੇ ਸੁਚੇਤ ਕੀਤਾ ਜਾਂਦਾ ਹੈ। ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਅੰਕਲ ਨੇ ਬਹੁਤ ਹੀ ਵਧੀਆ ਦੱਸਿਆ ਵੀ ਸਾਨੂੰ ਉਸ ਕੇਵਲ ਸਾਡਾ ਨਿਸ਼ਾਨਾ ਕੇਵਲ ਇੱਕੋ ਹੀ ਹੋਣਾ ਚਾਹੀਦਾ ਹੈ, ਵੀ ਸਾਡਾ ਜਿਹੜਾ ਪ੍ਰੇਮ ਹੈ ਉਸ ਪਰਮਾਤਮਾ ਨਾਲ ਅਸੀਂ ਕਿਸ ਤਰ੍ਹਾਂ ਪਾਉਣਾ ਹੈ, ਤੇ ਉਹ ਉਸਦਾ ਜਿਹੜਾ ਜਰੀਆ ਹੈ ਉਹ ਸਾਡੇ ਕੋਲ ਇੰਨਾ ਖਜ਼ਾਨਾ ਪਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਅਸੀਂ ਆਨੰਦ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੁੰਬ ਜੇ ਤੂੰ ਦੇਖਦਾ ਚੱਲੇ ਨਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਹੀਂ ਇਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਾਥ ਤੇਰੇ ਚੱਲੇ ਨਹੀਂ, ਸਾਥ ਤੇਰੇ ਚੱਲੇ ਨਹੀਂ ਇਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਾਨੂੰ ਉਸ ਚੀਜ਼ ਨਾਲ ਕਦੀ ਵੀ ਪ੍ਰੇਮ ਨਹੀਂ ਪਾਉਣਾ ਚਾਹੀਦਾ ਕਿ ਜਿਸ ਨਾਲ ਜਿਹੜੀ ਸਾਡੇ ਨਾਲ ਜਾਣੀ ਹੀ ਨਹੀਂ ਹੈ, ਜਿਹੜੀ ਇੱਥੇ ਹੀ ਰਹਿ ਜਾਣੀ ਹੈ। ਜਿਵੇਂ ਕਿ ਮਾਇਆ ਹੋ ਗਈ, ਮਾਇਆ ਤਾਂ ਸਾਨੂੰ ਇੱਥੇ ਰਹਿ ਜਾਣੀ, ਸਿਰਫ ਸਾਡੇ ਨਾਲ ਉਸ ਪਰਮਾਤਮਾ ਦਾ ਨਾਮ ਹੀ ਜਾਣਾ। ਤੇ ਸਾਨੂੰ ਸਾਡਾ ਅਸਲ ਮਕਸਦ ਹੀ ਐਸਾ ਹੋਣਾ ਚਾਹੀਦਾ ਵੀ ਅਸੀਂ ਉਸ ਪਰਮਾਤਮਾ ਦੇ ਨਾਮ ਦੇ ਨਾਲ ਹੀ ਅਸੀਂ ਪਿਆਰ ਪਾਉਣਾ ਹੈ ਜੀ। ਹੁਣ ਪਰਮਜੀਤ ਕੌਰ ਖਾਲਸਾ ਜੀ ਦਾ ਹੈਂਡ ਰੇਸ ਹੈ, ਪਲੀਜ਼ ਉਹਨਾਂ ਨੂੰ ਸਪੋਰਟ ਕਰ ਦਿੱਤਾ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਇਸ ਲੋਕ ਵਿੱਚ ਮੈਨੂੰ ਕਿ ਜਿੰਨੀ ਸਮਝ ਆਈ ਹੈ ਕਿ ਕਬੀਰ ਜੀ ਕਹਿ ਰਹੇ ਨੇ ਕਿ ਸਾਧ ਸੰਗਤ ਕਰਨੀ ਚਾਹੀਦੀ ਹੈ ਤੇ ਸਾਖਤ ਤੋਂ ਬਚ ਕੇ ਰਹੋ। ਤੇ ਦੂਜੀ ਗੱਲ ਹੈ ਕਿ ਸੰਗਤ ਨਾਲ ਹੀ ਜੀਵਨ ਤਬਦੀਲ ਹੁੰਦਾ ਹੈ ਸਾਡਾ, ਤੇ ਸਾਡਾ ਪਰਮਾਤਮਾ ਨਾਲ ਪਿਆਰ ਪੈ ਜਾਂਦਾ ਹੈ। ਤੇ ਤੀਜੇ ਤੇ ਕਿ ਬਾਹਰ ਦੇ ਦਿਖਾਵੇ ਤੋਂ ਸਾਨੂੰ ਬਚ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਥਿੰਕ ਉਹ ਡਿਸਕਨੈਕਟ ਹੋ ਗਏ ਨੇ ਜੀ। ਹੁਣ ਅਸੀਂ ਸਾਡੇ ਜਿਹੜਾ ਹਿਰਦਾ ਹੈ ਜੀ, ਸਾਡੇ ਹਿਰਦੇ ਦੀ ਵਾਹਿਗੁਰੂ। ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ? ਹਾਂਜੀ। ਇਹਦੇ ਚ ਕਬੀਰ ਸਾਹਿਬ ਕਹਿ ਰਹੇ ਨੇ ਕਿ ਗੁਰਮੁਖ ਇੱਕ ਗੱਲ ਜਿਵੇਂ ਕਹਿ ਰਹੇ ਨੇ ਕਿ ਗੁਰਮੁਖਾਂ ਦੀ ਸੰਗਤ ਕਰਕੇ, ਗੁਰਮੁਖਾਂ ਵਾਲੇ ਗੁਣ ਆਪਣੇ ਅੰਦਰ ਧਾਰਨ ਕਰਕੇ ਸਾਨੂੰ ਗੁਰਮੁਖ ਬਣਨ ਦਾ ਸੰਦੇਸ਼ ਦਿੱਤਾ ਜਾ ਰਿਹਾ। ਤੇ ਇਹਦੇ ਵਿੱਚ ਮੈਨੂੰ ਇੱਕ ਸਾਖੀ ਗੁਰੂ ਅਰਜਨ ਦੇਵ ਜੀ ਦੀ ਸਾਹਮਣੇ ਆਈ ਹੈ ਕਿ ਭਾਈ ਕੁੱਲਾ, ਭਾਈ ਪੁੱਲਾ ਤੇ ਭਾਈ ਦੇਵ ਜੀ ਅਰਦਾਸ ਕੀਤੀ ਕਿ ਗਰੀਮਾਜ ਜਨਮਾਂ ਤੇ ਵਿੱਚ ਬਹੁਤ ਦੁੱਖ ਰਹੇ ਹਾਂ, ਹੁਣ ਤੁਸੀਂ ਜਨਮ ਮਰਨ ਕੱਟ ਜਿਨੇ ਬਰਕੀ ਤੁਸੀਂ ਮਨੁੱਖਾਂ ਦੇ ਉਹਨਾਂ ਅਰਦਾਸ ਗੁਰਮੁਖਾਂ ਤੇ ਕੀ ਹਨ। ਜਨ ਹੋਇਆ ਤਿੰਨ ਗੁਰਮੁਖਾਂ ਤੇ ਮਨ तीन खान के साथ भले ਅਤੇ ਗੁਣ ਜੀ। ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਜੀ। ਹੈਲੋ, ਵਾਹਿਗੁਰੂ ਜੀ, ਤੁਹਾਡੀ ਆਵਾਜ਼
क्लियर नहीं है जी। आवाज नहीं आ रही? हुण आ रही है जी। बोला? हाँ जी हाँ जी, हुण बोलो जी। ਗੁਰੂ ਅਰਜਨ ਦੇਵ ਜੀ ਦੀ ਸਾਖੀ ਕਰ ਰਹੇ ਸੀ ਕਿ ਗੁਰੂ ਅਰਜਨ ਦੇਵ ਜੀ ਕਹਿ ਰਹੇ ਸੀ ਕਿ ਬਈ ਤੁਸੀਂ ਗੁਰਮੁਖਾਂ ਦੀ ਸੰਗਤ ਕਰੋ ਤੇ ਮਨਮੁਖਾਂ ਦੇ ਕਰਮ ਤਿਆਗੋ। ਤੇ ਉਹਨਾਂ ਨੇ ਪੁੱਛਿਆ ਕਿ ਗੁਰਮੁਖ ਕੌਣ ਹਨ? ਤੇ ਗੁਰੂ ਸਾਹਿਬ ਨੇ ਕਿਹਾ ਕਿ ਗੁਰਮੁਖ 3 ਪ੍ਰਕਾਰ ਦੇ ਹਨ, ਇੱਕ ਗੁਰਮੁਖ ਤਰ ਤੇ ਇੱਕ ਗੁਰਮੁਖ ਤਮ। ਗੁਰਮੁਖ ਉਹ ਹਨ ਜੋ ਭਲੇ ਸਾਥ ਭਲੇ ਤੇ ਬੁਰੇ ਸਾਥ ਬੁਰੇ ਹੋਣ। ਤੇ ਗੁਰਮੁਖ ਤਰ ਉਹ ਹਨ ਜਿਨ੍ਹਾਂ ਨੇ ਖੋਟੇ ਕਰਮਾਂ ਵੱਲੋਂ ਪਿੱਠ ਦਿੱਤੀ ਹੈ ਤੇ ਗੁਰੂ ਦੇ ਬਚਨਾਂ ਵੱਲ ਮੁਖ ਕੀਤਾ ਹੈ। ਜੇ ਇੱਕ ਵੀ ਉਹਨਾਂ ਨਾਲ ਕੋਈ ਚੰਗਿਆਈ ਕਰਦਾ ਹੈ ਤਾਂ ਉਹ ਆਪਣੇ ਵੱਲੋਂ ਉਸ ਦੇ ਨਾਲ ਸਦੀਵ ਚੰਗਿਆਈ ਕਰਦੇ ਰਹਿੰਦੇ ਹਨ ਤੇ ਉਸ ਦੀ ਭਲਾਈ ਵਿਸਾਰਦੇ ਨਹੀਂ ਹਨ ਤੇ ਆਪਣੀ ਭਲਾਈ ਚਿੱਤ ਨਹੀਂ ਕਰਦੇ। ਬੁਰੇ ਕਰਮਾਂ ਦਾ ਤਿਆਗ ਕਰਦੇ ਹਨ, ਭਲੇ ਕਰਮਾਂ ਦਾ ਅੰਗੀਕਾਰ ਕਰਦੇ ਹਨ। ਤੇ ਗੁਰਮੁਖ ਤਮ ਉਹ ਹਨ ਜੋ ਗਿਆਨ ਸੰਪੰਨ ਹਨ, ਸਬਸ ਦਾ ਭਲਾ ਕਰਦੇ ਹਨ। ਜੋ ਕੋਈ ਉਹਨਾਂ ਨਾਲ ਬੁਰਾ ਵੀ ਕਰੇ ਤਾਂ ਉਸ ਨਾਲ ਵੀ ਭਲਾ ਕਰਦੇ ਹਨ। ਤੇ ਮਨਮੁਖ ਦੇ ਕੰਮ ਕੀ ਹਨ? ਉਹ ਸਦਾ ਵਿਕਾਰ ਕਰਦੇ ਹਨ। ਜੋ ਕੋਈ ਉਹਨਾਂ ਨਾਲ ਭਲਾਈ ਕਰੇ ਸੋ ਵਿਸਾਰ ਦਿੰਦੇ ਹਨ ਤੇ ਬੁਰੀਾਈ ਜੇ ਕੋਈ ਕਰੇ ਤਾਂ ਵਿਸਾਰਦੇ ਨਹੀਂ। ਮਨਮੁਖ ਤਰ ਉਹ ਹਨ ਕੋਈ ਭਲਾ ਬੁਰਾ ਹੋਵੇ ਸਬਸ ਨਾਲ ਬੁਰੀਾਈ ਕਰਦੇ ਹਨ। ਤੇ ਮਨਮੁਖ ਤਮ ਉਹ ਹਨ ਜੋ ਭਲੇ ਨਾਲ ਵੀ ਬੁਰੀਾਈ ਕਰਦੇ ਹਨ। ਜੇ ਅਗਲਾ ਫਿਰ ਭਲਾਈ ਕਰੇ ਤਾਂ ਫਿਰ ਉਹਦੇ ਨਾਲ ਬੁਰਾਈ ਕਰਦੇ ਹਨ। ਇਹ ਜਦ ਉਹਨਾਂ ਨੇ ਪੁੱਛਿਆ ਕਿ ਸਨਮੁਖ ਤੇ ਵੇਮੁਖ ਕੌਣ ਹਨ ਤੇ ਗੁਰੂ ਸਾਹਿਬ ਨੇ ਬਚਨ ਕੀਤਾ, ਜੋ ਕਿਸੇ ਕੰਮ ਨੂੰ ਭੇਜੀਦਾ ਹੈ, ਜੇ ਕੰਮ ਕਰ ਆਂਦਾ ਹੈ ਤੇ ਸਨਮੁਖ ਹੈ, ਤੇ ਜਿਹੜਾ ਕੰਮ ਵਿਗਾੜ ਆਂਦਾ ਹੈ ਉਹ ਮਨਮੁਖ ਹੈ। ਜੇ ਕੰਮ ਵਿਗਾੜ ਆਂਦਾ ਹੈ ਤਾਂ ਉਹ ਸਨਮੁਖ ਨਹੀਂ ਹੋ ਸਕਦਾ। ਐਸੇ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ, ਨਾਮ ਜਪਦੇ ਹਨ, ਦਾਨ ਕਰਦੇ ਹਨ, ਉਹ ਵਾਹਿਗੁਰੂ ਦੇ ਸਨਮੁਖ ਹਨ। ਜੇ ਕਾਮ ਕ੍ਰੋਧ ਵਿੱਚ ਆਰਜਾ ਬੀਤਦੀ ਹੈ ਤਾਂ ਵੇਮੁਖ ਹੈ। ਤੇ ਭਾਈ ਸਮੁੰਦੇ ਨੇ ਗੁਰੂ ਅੱਗੇ ਅਰਦਾਸ ਕੀਤੀ, ਜੇ ਗੁਰੂ ਸਾਹਿਬ ਤੁਹਾਡੀ ਦਇਆ ਹੋਵੇ ਤਾਂ ਅਸੀਂ ਤੁਹਾਡੇ ਸਨਮੁਖ ਹੋ ਜਾਈਏ। ਤਾਂ ਗੁਰੂ ਸਾਹਿਬ ਨੇ ਬਚਨ ਦਿੱਤਾ, ਜੇ ਸਿੱਖ ਸਨਮੁਖ ਹੋ ਜਾਵੇ ਤਾਂ ਗੁਰੂ ਦੀ ਦਇਆ ਆਪੇ ਹੀ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਸਾਨੂੰ ਕਿੰਨਾ ਹੀ ਸੋਹਣਾ ਦੱਸਿਆ ਵੀ ਇਹਨਾਂ ਨੇ ਕਿ ਸਨਮੁਖ ਉਹ ਹੁੰਦਾ ਹੈ ਜਿਹੜਾ ਗੁਰੂ ਦੀ ਗੱਲ ਨੂੰ ਪੂਰੀ ਤਰ੍ਹਾਂ ਉਸਦੇ ਉੱਤੇ ਗੌਰ ਕਰਦਾ ਹੈ ਤੇ ਉਸਨੂੰ ਪੂਰੀ ਚੰਗੀ ਤਰ੍ਹਾਂ ਮੰਨਦਾ ਹੈ। ਤੇ ਬੇਮੁਖ ਜਿਹੜਾ ਬੰਦਾ ਉਹ ਹੁੰਦਾ ਹੈ ਜਿਹੜਾ ਕਾਮ ਕਰੋ ਲੋਭ ਵਿੱਚ ਫਸ ਕੇ ਤੇ ਗਲਤ ਕੰਮਾਂ ਵਿੱਚ ਹੀ ਪਿਆ ਰਹਿੰਦਾ ਹੈ। ਹੁਣ ਜਿਸ ਤਰ੍ਹਾਂ ਅੰਕਲ ਨੇ ਗੱਲ ਕੀਤੀ ਵੀ ਸਾਡੇ ਹਿਰਦੇ ਵਿੱਚ ਤੇ ਕਪਟ ਹੈ ਪਰ ਅਸੀਂ ਉਤੋਂ ਦਿਖਾਵਾ ਕਰਦੇ ਹਾਂ। ਇਸ ਤਰ੍ਹਾਂ ਹੀ ਇੱਕ ਰਿਲੇਟਡ ਇੱਕ ਸਟੋਰੀ ਹੈ ਜੀ। ਇੱਕ ਨਾ ਲੱਕੜਹਾਰਾ ਹੁੰਦਾ ਹੈ ਤੇ ਉਸਦਾ ਲੱਕੜ ਦਾ ਆਰਾ ਹੁੰਦਾ ਹੈ ਤੇ ਇੱਕ ਰਾਜਾ ਹੁੰਦਾ ਤੇ ਉਹ ਆਪਣੇ ਸੜਕ ਬਣਾਉਂਦਾ ਤੇ ਸੜਕ ਬਣਾਉਣਾ ਚਾਹੁੰਦਾ ਹੈ ਤੇ ਉਹ ਨਾ ਉਸਦਾ ਆਰਾ ਜਿਹੜਾ ਹੈ ਉਹ ਸੜਕ ਦੇ ਬਣਾਉਣ ਦੇ ਵਿੱਚ ਅੰਦਰ ਆਉਂਦਾ ਹੈ ਤੇ ਉਹ ਉਸਨੂੰ ਕਹਿੰਦਾ ਹੈ ਵੀ ਤੂੰ ਉਸਨੂੰ ਥੋੜੇ ਦਿਨਾਂ ਵਿੱਚ ਹੀ ਖਾਲੀ ਕਰ ਦੇ। ਪਰ ਜਦੋਂ ਥੋੜੇ ਕੁ ਦਿਨ ਬਾਅਦ ਉਸ ਰਾਜੇ ਦਾ ਵਜ਼ੀਰ ਜਿਹੜਾ ਹੈ ਉਹ ਉਸ ਜਿਸਦਾ ਲੱਕੜ ਆਰਾ ਹੁੰਦਾ ਹੈ ਉਸਦੇ ਪਾਸ ਆਉਂਦਾ ਹੈ ਤੇ ਉਹ ਉਸਨੂੰ ਕਹਿੰਦਾ ਹੈ ਕਿ ਤੂੰ ਰਾਜੇ ਦੇ ਬਾਰੇ ਤੂੰ ਮਾੜਾ ਸੋਚਦਾ ਹੈ। ਤੇ ਉਸਨੇ ਦੱਸਿਆ ਵੀ ਮੈਂ ਸੋਚਦਾ ਹਾਂ ਵੀ ਮੇਰੇ ਕੋਲ ਇੱਕ ਚੰਦਨ ਦੀ ਲੱਕੜੀ ਹੈ, ਜਦੋਂ ਮਰ ਜਾਵੇਗਾ ਤੇ ਮੈਂ ਉਸਦੇ ਉੱਤੇ ਉਹ ਲੱਕੜੀ ਜਿਹੜੀ ਪਾ ਕੇ ਤੇ ਉਸਦਾ ਸੰਸਕਾਰ ਕਰ ਦਿਆਂਗਾ। ਤੇ ਫਿਰ ਵਜ਼ੀਰ ਨੇ ਉਸਨੂੰ ਸਮਝਾਇਆ ਕਿ ਤੂੰ ਰਾਜੇ ਦੇ ਬਾਰੇ ਚੰਗਾ ਸੋਚਣਾ ਸ਼ੁਰੂ ਕਰ ਦੇ, ਵੀ ਫਿਰ ਤੇਰੀ ਇਹ ਮੁਸੀਬਤ ਦਾ ਇਹ ਹੱਲ ਹੋ ਸਕਦਾ ਹੈ। ਤੇ ਉਸਨੇ ਇਸ ਤਰ੍ਹਾਂ ਵਜ਼ੀਰ ਦੀ ਗੱਲ ਨੂੰ ਮੰਨ ਲਿਆ। ਉਸਨੇ ਰਾਜੇ ਦੇ ਬਾਰੇ ਚੰਗਾ ਸੋਚਣਾ ਸ਼ੁਰੂ ਕਰ ਦਿੱਤਾ। ਥੋੜੇ ਦਿਨਾਂ ਬਾਅਦ ਹੀ ਫਿਰ ਰਾਜੇ ਦੇ ਵਿਚਾਰ ਵੀ ਬਦਲ ਗਏ। ਉਸਨੇ ਕਿਹਾ ਵੀ ਕੋਈ ਨਹੀਂ, ਅਸੀਂ ਸੜਕ ਦੂਸਰੇ ਪਾਸੇ ਤਾਂ ਨਹੀਂ ਕੱਢ ਲਾਂਗੇ ਤੇ ਇਧਰੋਂ ਅਸੀਂ ਰਹਿਣ ਦਿਆਂਗੇ। ਸੋ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਕਿ ਸਾਨੂੰ ਹਰੇਕ ਮਨੁੱਖ ਦੇ ਬਾਰੇ ਸਾਨੂੰ ਚੰਗਾ ਸੋਚਣਾ ਚਾਹੀਦਾ। ਜੇ ਅਸੀਂ ਕਿਸੇ ਦੇ ਬਾਰੇ ਚੰਗਾ ਸੋਚਾਂਗੇ ਤੇ ਉਹ ਵੀ ਸਾਡੇ ਬਾਰੇ ਚੰਗਾ ਸੋਚੇਗਾ। ਜੇ ਅਸੀਂ ਕਿਸੇ ਦੇ ਬਾਰੇ ਮਾੜਾ ਸੋਚਾਂਗੇ ਤੇ ਉਹ ਵੀ ਸਾਡੇ ਬਾਰੇ ਮਾੜਾ ਹੀ ਸੋਚੇਗਾ ਜੀ। ਹੁਣ ਮੈਂ ਰਵਿੰਦਰ ਅੰਕਲ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਵੀ ਸਕਰੀਨ ਤੇ ਆਉਣ ਤੇ ਆਪਣੇ ਫਾਈਨਲ ਰਿਮਾਰਕਸ ਦੇਣ ਜੀ। ਵਾਹ ਜੀ ਬੇਟਾ ਜੀ, ਜਿਵੇਂ ਤੁਸੀਂ ਵਿਚਾਰ ਕਰ ਰਹੇ ਹੋ, ਸਾਰੀ ਸੰਗਤ ਨੇ ਚੈਟ ਵਿੱਚ ਵੀ ਪਰਮਜੀਤ ਭੈਣ ਜੀ ਨੇ, ਵਰਿੰਦਰ ਭੈਣ ਜੀ ਨੇ ਬਹੁਤ ਪਿਆਰੀ ਵਿਚਾਰ ਅੱਜ ਸਾਨੂੰ ਦਿੱਤੀ ਹੈ।
ਵੀਰ ਪਰਵਿੰਦਰ ਸਿੰਘ ਨੇ ਦਾ ਕਮਾਲ ਕਰਦੇ ਨੇ ਜੀ। ਇੱਕ ਇੱਕ ਲਾਈਨ ਦਾ ਉਹਨਾਂ ਨੇ ਮਤਲਬ ਬਹੁਤ ਪਿਆਰੇ ਤਰੀਕੇ ਨਾਲ ਸਾਨੂੰ ਸਮਝਾਇਆ ਜੀ। ਬੇਟਾ ਮੈਂ ਅੱਜ ਜਿਹੜੀ ਇਹ ਤਿੰਨੇ ਸ਼ਲੋਕ ਤੁਸੀਂ ਪੜ੍ਹੇ ਨੇ ਉਹਦੇ ਵਿੱਚ ਸਾਨੂੰ ਭੀਖ ਦੀ ਗੱਲ ਵੀ ਕੀਤੀ ਗਈ ਹੈ, ਸਾਨੂੰ ਆਪਣੇ ਖਾਣ ਪੀਣ ਬਾਰੇ ਵੀ ਗੱਲ ਕੀਤੀ ਗਈ ਹੈ, ਤੇ ਆਪਣੇ ਮਨ ਨੂੰ ਮੁੰਡਾਉਣ ਦੀ ਗੱਲ ਕੀਤੀ ਗਈ ਹੈ, ਮਨ ਨੂੰ ਚਿੱਟਾ ਕਰਨ ਦੀ ਗੱਲ ਵੀ ਕੀਤੀ ਗਈ ਹੈ। ਬੜੀ ਬਖਸ਼ਿਸ਼ ਪਾਤਸ਼ਾਹ ਦੀ ਹੈ ਕਿ ਸਾਰਿਆਂ ਨੇ ਇਸ ਚੀਜ਼ ਨੂੰ ਬੜੇ ਪਿਆਰੇ ਤਰੀਕੇ ਨਾਲ ਵਿਚਾਰ ਕੀਤੀ ਹੈ। ਮੈਂ ਅਗਰ ਗੱਲ ਕਰਾਂ ਦਸਮ ਪਾਤਸ਼ਾਹ ਦੀ, ਜਿਵੇਂ ਮੈਂ ਅੱਜ ਕੱਲ 10ਵਾਂ ਅਵਤਾਰ ਸ੍ਰੀ ਕਲਗੀਧਰ ਚਮਤਕਾਰ ਪੜ੍ਹ ਰਿਹਾ ਨਾ ਬੁੱਕ, ਉਹਦੇ 'ਚ ਬੜੀ ਪਿਆਰੀ ਵਿਆਖਿਆ ਕਰਦੇ ਨੇ ਸਿੱਖ ਦੀ ਦਸਮ ਪਾਤਸ਼ਾਹ ਕਿ ਮੈਂ ਆਪਣੇ ਸਿੱਖਾਂ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਚਾਹਨਾ। ਉਹ ਸ਼ਬਦ ਹੈ ਇੱਕ, ਰੇ ਮਨ ਐਸੋ ਕਰ ਸੰਨਿਆਸਾ। ਆਪਾਂ ਅੱਜ ਗੱਲ ਕੀਤੀ ਹੈ ਸਾਰੇ ਸੰਨਿਆਸ ਦੀ, ਸਾਧੂਆਂ ਦੀ, ਵੀ ਅਸੀਂ ਕਿਸ ਤਰ੍ਹਾਂ ਦੇ ਸੰਨਿਆਸੀ ਬਣੀਏ, ਅਸੀਂ ਕਿੱਦਾਂ ਦਾ ਸੰਨਿਆਸ ਧਾਰਨ ਕਰੀਏ ਤਾਂ ਕਿ ਸਾਡੇ ਕੋਲੋਂ ਪ੍ਰਮਾਤਮਾ ਦਾ ਵਿਛੋੜਾ ਕਦੇ ਵੀ ਨਾ ਹੋਵੇ, ਹਮੇਸ਼ਾ ਅਸੀਂ ਮਿਲੇ ਰਹੀਏ। ਕਹਿੰਦੇ ਨੇ ਜੀ ਬਨ ਸੇ ਸਦਨ ਸਭੈ ਕਰ ਸਮਝੋ। ਬਨ ਸੇ ਸਦਨ ਮਤਲਬ ਆਪਣੇ ਘਰ ਨੂੰ ਵੀ ਜੰਗਲ ਸਮਝ ਲੈ। ਅਗਰ ਤੂੰ ਸੰਨਿਆਸੀ ਬਣਨਾ ਤੇ ਆਪਣੇ ਘਰ ਨੂੰ ਹੀ ਜੰਗਲ ਸਮਝ ਲੈ ਕਿ ਮੈਂ ਸਾਰਿਆਂ ਦੇ ਵਿੱਚ ਰਹਿ ਰਿਹਾ ਹਾਂ ਪਰ ਮੇਰੇ ਨਾਲ ਕੋਈ ਨਹੀਂ, ਮੈਂ ਵਰਤਣਾ ਸਾਰਿਆਂ ਨਾਲ ਹੈ ਪਰ ਰਹਿਣਾ ਜਿਸ ਤਰ੍ਹਾਂ ਮੈਂ ਜੰਗਲ ਵਿੱਚ ਰਹਿ ਰਿਹਾ ਹਾਂ। ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਔਰ ਮਨ ਵਿੱਚ ਹਮੇਸ਼ਾ ਸਾਰਿਆਂ ਨਾਲੋਂ ਨਿਰਲੇਪ ਹੈ। ਉਦਾਸ ਮਤਲਬ ਨਿਰਲੇਪ ਹੈ, ਹਮੇਸ਼ਾ ਖੁਸ਼ ਰਹਿਣਾ, ਆਨੰਦ 'ਚ ਰਹਿਣਾ। ਜਿਵੇਂ ਬੇਟੀ ਨੇ ਗੱਲ ਕੀਤੀ ਹੈ, ਮਨਦੀਪ ਕੌਰ ਨੇ ਚੈਟ 'ਚ ਲਿਖਿਆ ਸੀ, ਆਨੰਦ ਖਸਮ ਕੇ ਭਾਣੇ ਜੀਓ। ਹਮੇਸ਼ਾ ਉਹਦੇ ਭਾਣੇ ਵਿੱਚ ਰਹਿ ਤੇ ਹਮੇਸ਼ਾ ਆਨੰਦ 'ਚ ਰਹਿ, ਖੁਸ਼ ਰਹਿ, ਹਰੇਕ ਚੀਜ਼ ਨੂੰ ਪੋਜ਼ਿਟਿਵ ਲੈ ਕੇ ਚੱਲ ਕੇ ਜੋ ਮੇਰੇ ਨਾਲ ਹੋ ਰਿਹਾ ਪਾਤਸ਼ਾਹ ਬਹੁਤ ਵਧੀਆ ਕਰ ਰਹੇ ਨੇ। ਅੱਗੇ ਦਸਮ ਪਾਤਸ਼ਾਹ ਕਹਿੰਦੇ ਨੇ ਜਤ ਕੀ ਜਟਾ ਜੋ ਕੋ ਮਜਨ। ਆਪਣੇ ਕਰੈਕਟਰ ਦੀ ਜਟਾਵਾਂ ਬਣਾ ਲੈ ਤੇ ਪ੍ਰਮਾਤਮਾ ਨਾਲ ਹਮੇਸ਼ਾ ਮਿਲਣਾ, ਹਰ ਵੇਲੇ ਉਹਦਾ ਸਿਮਰਨ ਕਰਨਾ, ਇਹਨੂੰ ਇਸ਼ਨਾਨ ਬਣਾ, ਹਰ ਵੇਲੇ ਇਸ਼ਨਾਨ ਕਰਦਾ ਰਹਿ। ਨੇਮ ਕੇ ਨਖਨ ਵਡਾਓ। ਜੋਗੀ ਜਿਹੜੇ ਆਪਣੇ ਨਹੁੰ ਵਧਾਉਂਦੇ ਨੇ, ਪਾਤਸ਼ਾਹ ਕਹਿੰਦੇ ਨੇ ਨੇਮ ਦੇ ਨਖਨ ਵਧਾ, ਤੂੰ ਆਪਣਾ ਨੇਮ ਵਧਾ, ਪਰਮਾਤਮਾ ਨਾਲ ਪਿਆਰ ਵਧਾ, ਕਿਉਂਕਿ ਨੇਮ ਨਾਲ ਹਮੇਸ਼ਾ ਪ੍ਰੇਮ ਵੱਧਦਾ। ਅਗਰ ਅਸੀਂ ਆਪਣਾ ਨੇਮ ਟਾਈਮ ਸਿਰ, ਉਹ ਕਹਿੰਦੇ ਨੇ ਵੇਲੇ ਦੀ ਨਮਾਜ਼ ਤੇ ਇੱਕ ਵੇਲੇ ਦੀਆਂ ਟੱਕਰਾਂ, ਹਮੇਸ਼ਾ ਆਪਣੇ ਉਸੇ ਟਾਈਮ ਤੇ ਪ੍ਰਮਾਤਮਾ ਨੂੰ ਯਾਦ ਕਰਕੇ ਆਪਣਾ ਨੇਮ ਪੂਰਾ ਕਰਦੇ ਆ ਤੇ ਸਾਡਾ ਪ੍ਰੇਮ ਜਿਹੜਾ ਉਹ ਆਪਣੇ ਆਪ ਵੱਧਦਾ ਜਾਏਗਾ। ਕਹਿੰਦੇ ਜੀ ਗਿਆਨ ਗੁਰੂ ਆਤਮ ਉਪਦੇਸ਼ੋ ਨਾਮ ਵਿਭੂਤ ਲਗਾਓ। ਗਿਆਨ ਨੂੰ ਆਪਣਾ ਗੁਰੂ ਬਣਾ, ਕਿਉਂਕਿ ਅਸੀਂ ਹਮੇਸ਼ਾ GCC5 ਦੀ ਕਲਾਸ ਵਿਚਾਰਦੇ ਹਾਂ ਕਿ ਸਾਡਾ ਨੌਲੇਜ ਸਾਡਾ ਗੁਰੂ ਹੈ। ਜਿਹੜਾ ਸਪਿਰਿਚੁਅਲ ਨੌਲੇਜ ਹੈ ਜਾਂ ਦੁਨਿਆਵੀ ਨੌਲੇਜ ਹੈ ਉਹ ਵੀ ਅਸੀਂ ਸਾਰਿਆਂ ਨੇ ਇਕੱਠੀ ਕਰਨੀ ਹੈ ਔਰ ਹਮੇਸ਼ਾ ਗਿਆਨ ਵਿੱਚ ਡੁੱਬੇ ਰਹਿਣਾ ਹੈ। ਸੁੱਕਾ ਗਿਆਨ ਨਹੀਂ, ਆਤਮ ਨੂੰ ਜਿਹੜਾ ਉਪਦੇਸ਼ ਕਰੇ, ਜਿਹੜਾ ਸਾਡੀ ਸ਼ਰਧਾ ਨੂੰ ਵੀ ਵਧਾਏ ਤੇ ਸਾਡਾ ਗਿਆਨ ਵੀ ਵਧਾਵੇ, ਕਹਿੰਦੇ ਉਹਨੂੰ ਉਹਦੇ ਵਿੱਚ ਹਮੇਸ਼ਾ ਲੱਗਾ ਰਹੇ, ਜਿਹੜਾ ਸਾਨੂੰ ਹਮੇਸ਼ਾ ਆਨੰਦ ਦਿੰਦਾ ਰਹੇ। ਨਾਮ ਵਿਭੂਤ ਲਗਾਓ, ਤੇ ਪ੍ਰਮਾਤਮਾ ਦੇ ਨਾਮ ਦੀ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਕਰਨ ਦੀ ਆਪਣੇ ਪਿੰਡੇ ਤੇ ਵਿਭੂਤ ਲਗਾਓ। ਬੜੀ ਸੋਹਣੀ ਗੱਲ ਅਗਲੀ ਉਹਨਾਂ ਨੇ ਕਹੀ ਹੈ ਜੀ, ਅਲਪ ਆਹਾਰ ਸੁਲਭ ਸਿਨਿੰਦਰਾ, ਦਇਆ ਛਿਮਾ ਤਨ ਪ੍ਰੀਤ। ਅਲਪ ਆਹਾਰ ਮਤਲਬ ਥੋੜਾ ਖਾਣਾ ਤੇ ਥੋੜਾ ਹੀ ਸੋਣਾ, ਇਹ ਆਪਣੇ ਜੀਵਨ ਦਾ ਆਧਾਰ ਬਣਾ। ਦਇਆ ਛਿਮਾ, ਦਇਆ ਹਰੇਕ ਤੇ ਦਇਆ ਕਰਨੀ, ਕਿਉਂਕਿ ਜੀ ਦਇਆ ਪ੍ਰਵਾਨ ਹੈ ਸਾਡੇ ਗੁਰਮੁਖਤਾ ਵਿੱਚ। ਹਮੇਸ਼ਾ ਆਟੋ ਖਿਮਾ ਕਰ, ਜਿਹੜਾ ਵੀ ਤੇਰੇ ਨਾਲ ਜੋ ਵੀ ਕਰ ਗਿਆ ਉਹਨੂੰ ਭਲਾ ਕਰਕੇ ਜਾਣ ਤੇ ਹਮੇਸ਼ਾ ਉਹਨੂੰ ਖਿਮਾ ਕਰਦਾ ਰਹਿ। ਹਮੇਸ਼ਾ ਤਨ ਪ੍ਰੀਤ, ਦਇਆ ਛਿਮਾ ਤਨ ਪ੍ਰੀਤ, ਤੇ ਪ੍ਰੇਮ ਦਾ, ਪ੍ਰਮਾਤਮਾ ਦੇ ਪ੍ਰੇਮ ਦਾ ਇਹ ਵਸਤਰ ਹਮੇਸ਼ਾ ਧਾਰਨ ਆਪਣੇ ਤਨ ਤੇ ਕਰੀ ਰੱਖ। ਲਾਸਟ, ਕਿਉਂਕਿ ਸ਼ਬਦ ਬਹੁਤ ਵੱਡਾ ਹੈ, ਸੀਲ ਸੰਤੋਖ ਸਦਾ ਨਿਰਬਾਹੋ, ਜੈਂਟਲਨੈਸ ਤੇ ਪੋਲਾਈਟਨੈਸ, ਇਹ ਹਮੇਸ਼ਾ ਇਹਨੂੰ ਧਾਰਨ ਕਰਕੇ ਰੱਖ। ਇਹ ਤੇਰੇ ਹਮੇਸ਼ਾ ਸਰੀਰ ਦੇ, ਤੇਰੇ ਮਨ ਦੇ ਨਾਲ ਰਹਿਣ। ਕਹਿੰਦੇ ਤਬ ਹੀ ਆਤਮ ਤਤ ਕੋ ਦਰਸਿਓ, ਪਰਮ ਪੁਖ ਕਹਿ ਪਾਵੇ।
ਇਸ ਤਰ੍ਹਾਂ ਹੀ ਕਹਿੰਦੇ ਤੇਰੀ ਆਤਮਾ ਜਿਹੜੀ ਹੈ ਉਹ ਤੱਤ ਵਾਲੇ ਪਾਸੇ ਜਾਏਗੀ ਤੇ ਤੈਨੂੰ ਹਮੇਸ਼ਾ ਪ੍ਰਮਾਤਮਾ ਦਾ ਦਰਸ਼ਨ ਹੁੰਦਾ ਰਹੇਗਾ, ਹਮੇਸ਼ਾ ਤੂੰ ਆਨੰਦ 'ਚ ਰਹੇਗਾ। ਮੈਂ ਇੱਕ ਗੱਲ ਸਾਰਿਆਂ ਨੂੰ ਜ਼ਰੂਰ ਕਹਾਂਗਾ, ਸਾਰੀ ਸੰਗਤ ਨੂੰ, ਜਿੰਨੇ ਵੀ ਅਸੀਂ ਪਰਿਵਾਰ ਸੁਣਦੇ ਹਾਂ। ਮੈਂ ਕੱਲ ਬੜੀ ਵਧੀਆ ਇੱਕ ਕਬੀਰ ਜੀ ਦਾ ਸ਼ਲੋਕ ਪੜ੍ਹ ਰਿਹਾ ਸੀ, ਵਿਚਾਰ ਕਰ ਰਹੇ ਸੀ ਅਸੀਂ। ਇਹ ਕਹਿੰਦੇ, ਕਬੀਰ ਜੀ ਕਹਿੰਦੇ ਨੇ, ਕਬੀਰ ਕਾਮ ਕਰੇ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਜਦੋਂ ਜਿਹੜਾ ਸਿਮਰਨ ਅਸੀਂ ਕੰਮ ਪੈਣ ਤੇ ਕਰਨਾ ਹੈ, ਕਹਿੰਦੇ ਉਹ ਅਸੀਂ ਨਿਤ ਕਰੀਏ। ਕਬੀਰ ਕਹਿੰਦੇ ਨੇ, ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ, ਰੋਜ਼ ਕਰੀਏ। ਕਹਿੰਦੇ ਅਮਰਾਪੁਰ ਬਾਸਾ ਕਰੋ ਹਰ ਗਾਇਆ ਬਹੋਰੇ ਚਿਤ, ਹਰ ਗਿਆ ਬਹੋਰੇ ਚਿਤ। ਸਾਡੇ ਸਾਰੇ ਦੁੱਖ ਕਲੇਸ਼ ਚਲੇ ਜਾਣਗੇ, ਸਾਨੂੰ ਹਮੇਸ਼ਾ ਅਸੀਂ ਆਨੰਦ ਵਿੱਚ ਰਹੇ। ਅਮਰਾਪੁਰ ਬਾਸਾ ਹੋਏਗਾ ਸਾਡਾ, ਬੇਗਮਪੁਰਾ 'ਚ ਹਮੇਸ਼ਾ ਸਾਡਾ ਵਾਸਾ ਹੁੰਦਾ ਰਹੇਗਾ। ਇਹ ਢੰਗ ਅਸੀਂ ਅਪਣਾਈਏ ਤਾਂ ਕਿ ਹਮੇਸ਼ਾ ਅਸੀਂ ਆਨੰਦ 'ਚ ਰਹੀਏ ਤੇ ਪ੍ਰਮਾਤਮਾ ਦੀ ਯਾਦ 'ਚ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਅੰਕ ਨੇ ਸਾਨੂੰ ਕਿੰਨਾ ਹੀ ਵਧੀਆ ਦੱਸਿਆ ਕਿ ਸਾਨੂੰ ਜੇ ਅਸੀਂ ਉਸ ਬੇਗਮਪੁਰੇ ਦੇ ਵਿੱਚ ਨਿਵਾਸ ਕਰਨਾ ਹੈ ਤਾਂ ਸਾਨੂੰ ਕੰਮ ਪੈਣ ਤੇ ਨਹੀਂ ਇਸ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ, ਸਾਨੂੰ ਨਿਤ ਦੇਣੀ ਉਸ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਚਾਹੀਦੀਆਂ ਤੇ ਉਸਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਤੇ ਸਾਨੂੰ ਅੰਕਲ ਨੇ ਇਹ ਵੀ ਦੱਸਿਆ ਵੀ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੱਸਦੇ ਨੇ ਸਾਨੂੰ ਕਿਸ ਤਰ੍ਹਾਂ ਦਾ ਜੋਗੀ ਬਣਨਾ ਚਾਹੀਦਾ ਹੈ। ਹੁਣ ਮੈਂ ਨਰਿੰਦਰਪਾਲ ਸਿੰਘ ਜੀ ਨੂੰ ਤੇ ਉਹਨਾਂ ਦੀ ਫੈਮਿਲੀ ਨੂੰ ਫਿਰ ਬੇਨਤੀ ਕਰਦਾ ਕਿ ਉਹ ਸਕਰੀਨ ਤੇ ਆਉਣ ਤੇ ਸ਼ਲੋਕ ਪੜ੍ਹਨ ਦੀ ਸੇਵਾ ਕਰਨ ਜੀ। ਫਿਰ ਅਸੀਂ ਸਮਾਪਤੀ ਵੱਲ ਵਧੀਏ ਜੀ। ਇਸ ਵੀਰੇ ਉਹਨਾਂ ਨੇ ਸਪੋਰਟ ਕਰ ਦਿੱਤਾ ਜਾਵੇ। ਹਾਂਜੀ, ਵਾਹਿਗੁਰੂ ਜੀ। कबीर साधु की संगत रहो, जो की भूसी खाओ, होनहार सो हुए है, साकत संग न जाओ। कबीर साधु की संगत रहो, जो की भूसी खाओ, होनहार सोए होए हैं, साकत संग न जाओ। कबीर संगत साध की, दिन दिन दूना हेत, साकत कारी कांबरी, धोए होए ना सेत। कबीर संगत साध की, दिन दिन दूना हेत, साकत कारी कांबरी, धोए होए ना सेत। कबीर मन पुंडिया नहीं केस मुंडाए काए, जो किच किया सो मन किया, मुंडा मूंड अंजाए। कबीर मन मुंडिया नहीं केस मुंडाए काए, जो किच किया सो मन किया, मुंडा मूंड अजाए। वाहिगुरु जी का खालसा, वाहिगुरु जी की फतेह।